बच्चों तुसीं देखिया होने कि असीं किस तरह पाइवट टेबल बना सकने हाँ ते किस तरह असीं टैक्सट नूं कॉलम दे विच कन्वर्ट कर सकने हाँ। मैं आस करदा हाँ कि तुहानूं ये बड़े वधिया तरीके नाल समझ लग गई होएगी। हुण नैक्सट बच्चों साडे कोल आंदा है डाटा वैलीडेशन दी ऑप्शन हुंदी है एक्सेल दे विच। एक्चुअली ये की ऑप्शन हैगी आ, ਇਹਦਾ ਮੀਨਸ ਇਹ ਹੈ ਕਿ ਅਸੀਂ ਜਿਹੜਾ ਡਾਟਾ ਐਂਟਰ ਕਰ ਰਹੇ ਹਾਂ ਆਪਣਾ ਐਕਸਲ ਦੇ ਵਿੱਚ ਉਹ ਡਾਟਾ ਬਿਲਕੁਲ ਠੀਕ ਹੋਣਾ ਚਾਹੀਦਾ ਹੈ, ਕਿਉਂਕਿ ਵੇਖੋ ਜੇ ਬੱਚੋ ਜੇ ਡਾਟਾ ਗਲਤ ਹੋਏਗਾ ਤਾਂ ਕੈਲਕੂਲੇਸ਼ਨ ਤੇ ਸਾਡੀ ਆਟੋਮੈਟਿਕਲੀ ਗਲਤ ਹੋ ਜਾਣਗੀਆਂ। ਜੇਕਰ ਡਾਟਾ ਸਾਡਾ ਸਹੀ ਐਂਟਰ ਕੀਤਾ ਹੋਏਗਾ ਤੇ ਫਿਰ ਸਾਡੇ ਰਿਜ਼ਲਟ ਜਿਹੜੇ ਉਹ 100% ਐਕੂਰੇਟ ਆਉਣਗੇ। ਡਾਟਾ ਵੈਲੀਡੇਸ਼ਨ ਦਾ ਕੀ ਮੀਨਸ ਹੈਗਾ ਏ ਕਿ ਡਾਟਾ ਸਾਡਾ ਜਿਹੜਾ ਅਸੀਂ ਐਂਟਰ ਕਰ ਰਹੇ ਹਾਂ ਉਹ ਵੈਲਿਡ ਆ, ਇਸ ਚੀਜ਼ ਨੂੰ ਅਸੀਂ ਐਕਸਲ ਦੇ ਕੋਲੋਂ ਚੈੱਕ ਕਰਵਾ ਸਕਨੇ ਆ। ਇਹਦੇ ਵਿੱਚ ਡਾਟਾ ਵੈਲੀਡੇਸ਼ਨ ਦਾ ਟੂਲ ਹੁੰਦਾ ਹੈ ਜਿਹੜਾ ਚੈੱਕ ਕਰੇਗਾ ਕਿ ਜਿਹੜਾ ਅਸੀਂ ਇਨਪੁੱਟ ਡਾਟਾ ਕਰ ਰਹੇ ਹਾਂ ਉਹ ਡਾਟਾ ਸਹੀ ਹੈ। ਜੇਕਰ ਉਹ ਸਹੀ ਹੈ ਤਾਂ ਇਨਪੁੱਟ ਹੋ ਜਾਏਗਾ, ਨਹੀਂ ਤਾਂ ਸਾਨੂੰ ਐਰਰ ਮੈਸੇਜ ਜਿਹੜਾ ਉਹ ਸ਼ੋ ਕਰੇਗਾ। ਸਪੋਜ਼ ਕਿ ਅਸੀਂ ਬੱਚੇ ਦੇ ਮਾਰਕਸ ਐਂਟਰ ਕਰਨੇ ਆ। ਹੁਣ ਬੱਚਿਓ ਤੁਹਾਨੂੰ ਪਤਾ ਹੈ ਮਾਰਕਸ ਦੀ ਜਿਹੜੀ ਆ ਮਿਨੀਮਮ ਅਸੀਂ ਕਿੰਨੇ ਮਾਰਕਸ ਐਂਟਰ ਕਰ ਸਕਦੇ, ਕਿਸੇ ਦੇ 0 ਤੇ ਮੈਕਸਿਮਮ ਜਿੰਨੇ ਉਹਦੇ ਮੈਕਸਿਮਮ ਮਾਰਕਸ ਹੈਗੇ ਨੇ ਸਪੋਜ਼ ਕਿ 100। ਸੋ ਇਟ ਮੀਨਸ ਜੇਕਰ ਅਸੀਂ ਕਿਸੇ ਬੱਚੇ ਦੇ ਮਾਰਕਸ ਐਂਟਰ ਕਰਨੇ ਆ ਤਾਂ ਉਹਦੀ ਜਿਹੜੀ ਲਿਮਟ ਹੈਗੀ ਆ ਸਾਡੇ ਤੋਂ ਉਹ ਕਿੰਨੀ ਹੈਗੀ ਆ 0 to 100। ਇਟ ਮੀਨਸ ਕਿ ਮਿਨੀਮਮ 0 ਮੈਕਸਿਮਮ 100। ਇਟ ਮੀਨਸ ਕਿ ਉਹਦੇ ਵਿੱਚ ਜੇਕਰ ਅਸੀਂ 110 ਡਾਟਾ ਐਂਟਰ ਕਰਦੇ ਤਾਂ ਡਾਟਾ ਸਹੀ ਨਹੀਂ ਆ, ਇਨਵੈਲਿਡ ਡਾਟਾ ਹੋ ਜਾਏਗਾ। ਸੋ ਇਹੋ ਜਿਹੇ ਅਸੀਂ ਜਿਹੜਾ ਡਾਟੇ ਗਲਤ ਐਂਟਰ ਕਰਨ ਤੋਂ ਬਚਣ ਲਈ ਡਾਟਾ ਵੈਲੀਡੇਸ਼ਨ ਦਾ ਜਿਹੜੀ ਆਪਸ਼ਨ ਹੈ ਸਾਡੇ ਕੋਲ ਐਕਸਲ ਦੀ, ਅਸੀਂ ਉਹਨੂੰ ਯੂਜ਼ ਕਰ ਸਕਦੇ ਆ। ਆਓ ਬੱਚਿਓ ਮੈਂ ਤੁਹਾਨੂੰ ਹੁਣ ਪ੍ਰੈਕਟੀਕਲ ਕਰਕੇ ਦੱਸਣਾ ਕਿ ਕਿਸ ਤਰ੍ਹਾਂ ਤੁਸੀਂ ਡਾਟਾ ਵੈਲੀਡੇਸ਼ਨ ਬਣਾ ਸਕਦੇ ਜੇ। ਇਹਦੇ ਵਿੱਚ ਡਿਫਰੈਂਟ ਜਿਹੜੇ ਮੈਸੇਜ ਹੈਗੇ ਅਸੀਂ ਉਹ ਸ਼ੋ ਕਰਵਾ ਸਕਦੇ ਆ। ਆਓ ਹੁਣ ਡਾਟਾ ਵੈਲੀਡੇਸ਼ਨ ਦਾ ਪ੍ਰੈਕਟੀਕਲ ਕਰਕੇ ਦੇਖ। ਨੈਕਸਟ ਬੱਚਿਓ ਸਾਡੇ ਕੋਲ ਡਾਟਾ ਦੇ ਵਿੱਚ ਹੀ ਇੱਕ ਬੜੀ ਵਧੀਆ ਫੈਸਿਲਿਟੀ ਅਵੇਲੇਬਲ ਹੈਗੀ ਆ, ਰਿਮੂਵ ਡੁਪਲੀਕੇਟਸ। ਇਹਦੇ ਵਿੱਚ ਕੀ ਆ ਕਿ ਸਪੋਜ਼ ਜੇਕਰ ਸਾਡੇ ਕੋਲ ਕੁਝ ਡੁਪਲੀਕੇਟਸ ਰਿਕਾਰਡਸ ਐਂਟਰ ਹੋ ਗਿਆ ਤਾਂ ਅਸੀਂ ਉਹਨਾਂ ਨੂੰ ਰਿਮੂਵ ਕਰ ਸਕਦੇ ਹਾਂ। ਜਿਸ ਤਰ੍ਹਾਂ ਮੈਂ ਨੇਮ ਐਂਟਰ ਕੀਤੇ ਸੀਗੇ, ਦੇਖੋ ਇਹਦੇ ਵਿੱਚ ਇਹ ਫਸਟ ਵਾਲਾ ਇੱਕ ਸੰਦੀਪ ਹੈਗਾ ਹੈ, ਇਹ ਨੈਕਸਟ ਇੱਕ ਹੋਰ ਹੈਗਾ ਹੈ, ਉਹਦੇ ਬਾਅਦ ਹਾਂ 2 ਹੀ ਨੇ। ਇਸੇ ਤਰ੍ਹਾਂ ਜਿਸ ਤਰ੍ਹਾਂ ਇਹ ਮਨਦੀਪ 1 2 3 4 ਵਾਰੀ ਮਨਦੀਪ ਆ ਗਿਆ। ਅਸੀਂ ਇਹ ਡੁਪਲੀਕੇਟਸ ਜਿੰਨੇ ਵੀ ਨੇਮ ਆ ਰਹੇ ਨੇ ਸਾਡੇ ਕੋਲ ਅਸੀਂ ਇਹਨਾਂ ਨੂੰ ਰਿਮੂਵ ਕਰਨਾ ਚਾਹੁੰਦੇ ਹਾਂ। ਸੋ ਅਸੀਂ ਸਿੰਪਲ ਡਾਟਾ ਸਿਲੈਕਟ ਕਰਾਂਗੇ, ਰਿਮੂਵ ਡੁਪਲੀਕੇਟਸ ਦੇ ਉੱਪਰ ਕਲਿੱਕ ਕਰਕੇ ਓਕੇ ਕਰ ਦਾਂਗੇ ਤਾਂ ਆਟੋਮੈਟਿਕਲੀ ਕਹਿੰਦਾ ਕਿ ਕਿਹੜੇ ਨੇਮਸ ਦੇ ਵਿੱਚ ਸਾਨੂੰ ਡੁਪਲੀਕੇਟ ਰਿਮੂਵ ਕਰਨੇ। ਨੇਮ ਨੂੰ ਟਿਕ ਕਰਕੇ ਓਕੇ ਕਰਾਂਗੇ। ਇਹ ਦੇਖੋ ਬੱਚਿਓ ਸਾਡੇ ਕੋਲ ਸਿਰਫ ਸਿੰਗਲ ਨੇਮ ਜਿਹੜਾ ਉਹੀ ਅਵੇਲੇਬਲ ਹੋ ਜਾਏਗਾ। ਉਹਦੇ ਬਾਅਦ ਨੈਕਸਟ ਬੱਚਿਓ ਇਹਦੇ ਵਿੱਚ ਅਸੀਂ ਡਾਟਾ ਐਂਟਰ ਜਿਹੜਾ ਕਰਦੇ ਹਾਂ ਅਸੀਂ ਚਾਹੁੰਦੇ ਕਿ ਉਹਦੇ ਵਿੱਚ ਗਲਤੀਆਂ ਨਾ ਹੋਣ, ਕਿਉਂਕਿ ਕਈ ਵਾਰ ਡਾਟਾ ਐਂਟਰ ਕਰਨ ਲੱਗਿਆ ਸਾਡੇ ਕੋਲ ਬਾਈ ਮਿਸਟੇਕ ਜਿਹੜਾ ਡਾਟਾ ਗਲਤ ਐਂਟਰ ਹੋ ਜਾਂਦਾ ਹੈ, ਜਿਹਦੇ ਨਾਲ ਸਾਡਾ ਸਾਰੀਆਂ ਕੈਲਕੂਲੇਸ਼ਨਸ ਗਲਤ ਹੋ ਜਾਣਗੀਆਂ। ਸਪੋਜ਼ ਕਿ ਅਸੀਂ ਮਾਰਕਸ ਐਂਟਰ ਕਰਨੇ ਆ ਤੇ ਮਾਰਕਸ ਐਂਟਰ ਕਰਨ ਦੀ ਸਾਡੀ ਰੇਂਜ ਹੈਗੀ ਆ ਮਿਨੀਮਮ 0 ਤੇ ਮੈਕਸਿਮਮ 100। ਅਸੀਂ ਕਿਸੇ ਦੇ ਮਾਰਕਸ ਐਂਟਰ ਕਰ ਸਕਦੇ ਹਾਂ। ਸਪੋਜ਼ ਜਿਸ ਤਰ੍ਹਾਂ ਅਸੀਂ ਗਲਤੀ ਦੇ ਨਾਲ ਇਸ ਤਰ੍ਹਾਂ ਮਾਰਕਸ ਐਂਟਰ ਕਰ ਰਹੇ ਹਾਂ ਕਿਸੇ ਦੇ, ਤਾਂ ਬਾਈ ਮਿਸਟੇਕ ਕਿਸੇ ਦੇ ਮਾਰਕਸ ਗਲਤ ਐਂਟਰ ਹੋ ਜਾਣਗੇ ਤਾਂ ਕੰਪਿਊਟਰ ਸਾਡੇ ਮਾਰਕਸ ਜਿਹੜੇ ਉਸੇ ਤਰ੍ਹਾਂ ਹੀ ਐਂਟਰ ਕਰ ਦਿੰਦਾ ਹੈ, ਕੋਈ ਸਾਨੂੰ ਇਹ ਨਹੀਂ ਦੱਸਦਾ ਕਿ ਇਹਦੇ ਵਿੱਚ ਇਹ ਗਲਤੀ ਹੈਗੀ ਹੈ। ਸੋ ਅਸੀਂ ਇਹ ਡਾਟੇ ਦੀ ਜਿਹੜੀ ਹੈਗੀ ਆ ਇਹਦੇ ਉੱਪਰ ਚੈੱਕ ਲਗਾ ਸਕਦੇ ਹਾਂ ਤਾਂ ਕਿ ਡਾਟਾ ਸਾਡਾ ਗਲਤ ਨਾ ਐਂਟਰ ਹੋਵੇ। ਡਾਟੇ ਦੀ ਜਿਹੜੀ ਵੈਲੀਡੇਸ਼ਨ ਹੈਗੀ ਉਹ ਚੈੱਕ ਕਰੇਗਾ। ਡਾਟਾ ਵੈਲਿਡ ਜਿਹੜਾ ਡਾਟਾ ਉਹੀ ਅਸੀਂ ਇਹਦੇ ਵਿੱਚ ਇਨਪੁੱਟ ਕਰਾਂਗੇ। ਸੋ ਅਸੀਂ ਜਿੱਥੇ ਡਾਟੇ ਦੇ ਵੈਲੀਡੇਸ਼ਨ ਦਾ ਚੈੱਕ ਲਗਾਉਣਾ ਹੈ ਉਹਨੇ ਆਪਣੀ ਐਕਸਲ ਦੀ ਸ਼ੀਟ ਨੂੰ ਜਿਹੜਾ ਸਿਲੈਕਟ ਕਰਾਂਗੇ। ਸਪੋਜ਼ ਕਿ ਮਾਰਕਸ ਵਾਲਾ ਸਾਡੇ ਕਾਲਮਸ ਨੂੰ ਅਸੀਂ ਸਿਲੈਕਟ ਕੀਤਾ। ਇਹਦੇ ਬਾਅਦ ਸਾਡਾ ਹੈਗਾ ਡਾਟਾ ਵੈਲੀਡੇਸ਼ਨ, ਇਹਦੇ ਉੱਪਰ ਕਲਿੱਕ ਕਰਾਂਗੇ। ਫਿਰ ਅਗੇਨ ਡਾਟਾ ਵੈਲੀਡੇਸ਼ਨ, ਇਹਦੇ ਵਿੱਚ ਅਸੀਂ ਵੈਲਿਊ ਦੇਵਾਂਗੇ ਕਿ ਹੋਲ ਨੰਬਰਸ ਅਸੀਂ ਸਪੋਜ਼ ਐਂਟਰ ਕਰਨੇ ਆ, ਡੈਸੀਮਲ ਵਾਲੇ ਨੰਬਰ, ਡੇਟ, ਟਾਈਮ, ਜੋ ਵੀ ਸਾਡੀ ਵੈਲਿਊ ਹੈਗੀ ਉਹਦੇ ਅਕੋਰਡਿੰਗ ਅਸੀਂ ਡਾਟਾ ਸਿਲੈਕਟ ਕਰਾਂਗੇ। ਉਹਦੇ ਬਾਅਦ ਬਟਵੀਨ ਮਿਨੀਮਮ ਵੈਲਿਊ ਸਾਡੀ 0 ਹੋਏਗੀ, ਮੈਕਸਿਮਮ ਵੈਲਿਊ ਅਸੀਂ 100 ਲਵਾਂਗੇ। ਇਨਪੁੱਟ ਮੈਸੇਜ ਜੋ ਵੀ ਅਸੀਂ ਮੈਸੇਜ ਦੇਣਾ ਚਾਹੁੰਦੇ ਹਾਂ, ਰੋਂਗ ਇਨਪੁੱਟ ਟਾਈਟਲ ਹੋਏਗਾ, ਵਿੱਚ ਮੈਸੇਜ ਆਏਗਾ ਪਲੀਜ਼ ਐਂਟਰ ਵੈਲਿਊ ਬਟਵੀਨ 0 ਐਂਡ। ਤੁਸੀਂ ਆਪਣੀ ਮਰਜ਼ੀ ਦੇ ਨਾਲ ਕੋਈ ਵੀ ਜਿਹੜਾ ਮੈਸੇਜ ਹੈਗਾ ਉਹ ਬਣਾ ਸਕਦੇ ਜੇ। ਜੇਕਰ ਅਸੀਂ ਇਹਦੇ ਤੇ ਹੈਗਾ ਇਨਪੁੱਟ ਵੈਲਿਊ ਨੇਮ ਦਾ ਦੇ ਸਕਦੇ ਹਾਂ, ਕਿਉਂਕਿ ਇਨਪੁੱਟ ਮੈਸੇਜ ਅਲਰਟ ਮੈਸੇਜ ਦੇ ਵਿੱਚ ਅਸੀਂ ਅਲਰਟ ਦੇ ਸਕਦੇ ਹਾਂ ਸਟਾਪ, ਵਾਰਨਿੰਗ ਜਾਂ ਸਟਾਪ। ਜੇਕਰ ਸਟਾਪ ਕਰਾਂਗੇ ਤਾਂ ਡਾਟਾ ਐਂਟਰ ਅੱਗੇ ਨਹੀਂ ਹੋਏਗਾ, ਵਾਰਨਿੰਗ
ਸਟਾਪ ਦੇ ਨਾਲ ਸਾਡਾ ਜਿਹੜਾ ਡਾਟਾ ਉੱਥੇ ਰੁਕ ਜਾਏਗਾ। ਵਾਰਨਿੰਗ ਦੇ ਨਾਲ ਸਾਨੂੰ ਵਾਰਨਿੰਗ ਦੇ ਕੇ ਅਸੀਂ ਦੁਬਾਰਾ ਡਾਟਾ ਜਿਹੜਾ ਫਿਰ ਐਂਟਰ ਕਰ ਸਕਨੇ ਆ। ਸੋ ਜਿਸ ਤਰ੍ਹਾਂ ਸਪੋਜ਼ ਅਸੀਂ ਵਾਰਨਿੰਗ ਲੈ ਲੈਨੇ ਆ ਤਾਂ ਇੱਥੇ ਸਾਡਾ ਟਾਈਟਲ ਹੋਏਗਾ ਰੋਂਗ ਇਨਪੁਟ, एरर मैसेज असी कोई भी दे सकने हैं। तो इस तरह असी कोई भी मैसेज अपना बना के उसके बाद इन्हू ओके कर देंगे। यह देखो जो असी इनपुट वैल्यू का मैसेज सानू ऑटोमैटिकली जो इत्थे जावांगे अपने मार्क्स से जावांगे तो वैसे पहला ही दसता पाया 0 to 100 साड़ियाँ वैल्यू ने। जिस तरह से सपोज की पहला वैल्यू एंटर की ठीक आ गई, दूसरी की उसके बाद असी गलती के नाल एंटर की तो देखो बच्चों साढ़े को वार्निंग का मैसेज आ गया है, कहता प्लीज़ एंटर वैल्यू बिटवीन 0 and 100। असी इनू यस करके कंटिन्यू करांगे तो वैल्यू नू एक्सैप्ट कर देगा। नो दे नाल असी कैंसल भी कर सकते हैं। सो असी नो करांगे तो वैल्यू साढ़े को दोबारा आ गई, असी इत्थे वैल्यू जिहड़ी वो चेंज कर सकते हैं। सो जिस तरह असी माइनस के विच जेकर वैल्यू दिंदे हैं तो उन्होंने भी नहीं एक्सैप्ट करेगा, क्योंकि 0 तो घट वैल्यू जिहड़ी है वो नहीं एक्सैप्ट करेगा। सो इस तरह जिहड़ा साडा डाटा हैगा है एक्यूरेट डाटा जिहड़ा वही एंटर होएगा। डाटे की वैलीडेशन जिहड़ी हैगी आ वो नाल दे नाल ही चैक करेगा कि डाटा साडा जिहड़ा वो वैलिड हैगा है, क्योंकि गलत डाटा एंटर होएगा तो साडे रिजल्ट्स जिहड़े ने वो भी गलत आएंगे, सारियां कैलकुलेशन जिहड़ियां साडियां वो गलत हो जाणगियां। सो इहदे लई बच्चों एक बारी मैं फिर तुहानूं दोबारा दसना है, जिहड़ा असीं डाटा वैलीडेशन चैक करनी है उहदे लई सब तो पहला असीं अपना डाटा सिलेक्ट करांगे। जिहदी असीं इनपुट करनी है उहदे बाद डाटा मैन्यू ते जावांगे। इहदे विच डाटा वैलीडेशन नां दा जिहड़ा साडा कमांड हैगी असीं उहदे उपर क्लिक करांगे। इहदे बाद डाटा वैलीडेशन आ गया साडे कोल। इहदे विच असीं सैटिंग दे विच जाके अपणियां जिहड़ियां वैल्यूज़ दे सकने, किन्नियां वैल्यू एंटर करनियां। इनपुट मैसेज दे विच इनपुट मैसेज देवांगे। एरर दे विच असीं एरर मैसेज दे सकना है, जिस तरह वार्निंग की जगह ते असीं स्टॉप भी दे सकने हैं। ओके करांगे। हुण जेकर असीं इहदे विच वैल्यू एंटर करांगे तो की होएगा, साडे कोल देखो बच्चों स्टॉप वाला मैसेज आ गया। जां तां रीट्राई कर सकने हैं जां कैंसल करांगे, क्योंकि जिस तरह का असीं मैसेज देवांगे उहदे अकॉर्डिंग ही सानू मैसेज जिहड़ा शो होएगा। कैंसल करांगे तो वैल्यू पहलां वाली रह जाएगी। जेकर असीं इहनूं रीट्राई करांगे तो वैल्यू असीं दोबारा जिहड़ी हैगी आ वो वैल्यू नूं चेंज कर सकने हैं, एंटर कर सकने। बट वैल्यू जिहड़ी हैगी आ जो साडी रेंज हैगी आ, रेंज के अकॉर्डिंग ही वैल्यू एंटर होणगियां। उसदे इलावा असीं कोई भी जिहड़ी वैल्यू हैगी आ वो नहीं एंटर कर सकते। सो साडा डाटा जिहड़ा हैगा है वो बिल्कुल एक्यूरेट डाटा जिहड़ा एंटर होएगा। वैलीडेशन तुसीं हुणे देखिया कि असीं किस तरह डाटा वैलीडेशन बना सकने आ, अपने डिफरेंट इनपुट के मैसेज दे सकने आ। तुसीं देखा कि असीं डाटा गलत एंटर करदे तो डाटा एक्सैप्ट नहीं हुंदा। इट मीनस कि साडा डाटा जिहड़ा सही एंटर होएगा। काफ़ी साड़ियाँ एरर्स जिहड़ियां गलतियां हैगियां ने और सही डाटा जेकर असीं एंटर करते हैं तो उहदे नाल ही रिमूव हो जांदियां ने। उहदे बाद बच्चों इहदे विच नैक्सट एक बड़ी वधिया ऑप्शन हैगी है एक्सेल दे विच व्हाट इफ एनालिसिस। व्हाट इफ एनालिसिस दे नाल असीं की आ अननोन वैल्यूज दे के डिफरेंट टाइप्स दियां ते ओहदा एनालिसिस कर सकने आ। जेकर असीं वैल्यू नूं चेंज करांगे तो सानू किस तरह दे रिजल्ट मिलदे ने। ठीक है, जिहदे नाल एक साडे को पूरा सिनेरियो तैयार हो जाएगा, जिहदे नाल असीं ओहदे बेस ते अपना जिहड़ा फ्यूचर दे प्लान्स हैगे ने उन्हां नूं असीं अप्लाई कर सकने हैं जां उन्हां नूं असीं बना सकने हैं कि असीं नैक्सट किस तरह काम करना है। सो व्हाट इफ एनालिसिस साडे कोल बड़ा वधिया टूल हैगा एक्सेल दा। एक छोटी जी एग्जांपल लैके तुहानूं दसना है, जिस तरह तुहानूं हुणे तुसीं प्रैक्टिकल च भी देखोगे। सपोज कि मैं कंप्यूटर सेल करदा आ तो मैं एक परसेंटेज फिक्स की है कि हाईएस्ट मैं इन्ने परसेंटेज ते कंप्यूटर सेल किए तो मेरा प्रॉफिट जिहड़ा आ वो इन्ना होया। सपोज कि मैं 60% ते जेकर कंप्यूटर सेल किया हाईएस्ट तो मेरा प्रॉफिट जिहड़ा हैगा आ वो फॉर एग्जांपल आ रहा है 10,000। ठीक है, तो जेकर मैं 60% तो चेंज करदा है हाईएस्ट दे 60% तो जेकर मैं 70% अपनी सेल जिहड़ी है चेंज करदा तो 70% दे नाल मेरा वो 10,000 वाला प्रॉफिट जिहड़ा वो 15,000 हुंदा है जां 17,000 हुंदा है जां 12,000 हुंदा है। मीनस कितनी वेरीएशन हुंदी है असीं इस चीज़ नूं व्हाट इफ एनालिसिस दे नाल फाइंड आउट कर सकने आ कि जेकर असीं अपने
ਡਾਟੇ ਦੇ ਵਿੱਚ ਕੋਈ ਚੇਂਜ ਕਰਦੇ ਆ ਤਾਂ ਉਹਦੇ ਸਾਨੂੰ ਆਉਟਪੁੱਟ ਰਿਜ਼ਲਟਸ ਜਿਹੜੇ ਹੈਗੇ ਨੇ ਉਹ ਕਿਸ ਤਰ੍ਹਾਂ ਦੇ ਮਿਲਣਗੇ। ਆਓ ਬੱਚਿਓ ਹੁਣ ਅਸੀਂ ਇਸ ਚੀਜ਼ ਦਾ ਪਹਿਲਾਂ ਪ੍ਰੈਕਟੀਕਲ ਕਰਕੇ ਦੇਖਨੇ ਆ ਤਾਂ ਕਿ ਤੁਸੀਂ ਇਸ ਚੀਜ਼ ਨੂੰ ਬੜੇ ਚੰਗੀ ਤਰੀਕੇ ਨਾਲ ਡਿਟੇਲ ਦੇ ਵਿੱਚ ਸਮਝ ਸਕੋ। ਵਾਟ ਇਫ ਐਨਾਲਿਸਿਸ। ਸੋ ਨੈਕਸਟ ਬੱਚਿਓ ਡਾਟਾ ਦਾ ਹੀ ਇੱਕ ਬਹੁਤ ਹੀ ਇੰਪੋਰਟੈਂਟ ਫੀਚਰ ਸਾਡੇ ਕੋਲ ਹੈਗਾ ਵਾਟ ਇਫ ਐਨਾਲਿਸਿਸ, ਜਿਹਦੇ ਨਾਲ ਅਸੀਂ ਅਨਨੋਨ ਵੈਲਿਊ ਜਿਹੜੀ ਹੈਗੀ ਆ ਉਹਨੂੰ ਪਤਾ ਕਰ ਸਕਨੇ ਆ। ਸਪੋਜ਼ ਕਿ ਸਾਡੇ ਕੋਲ ਜਿਸ ਤਰ੍ਹਾਂ ਇਹ ਵਰਕਸ਼ੀਟ ਹੈਗੀ ਹੈ ਕੰਪਿਊਟਰ ਸੋਲਡ ਦੀ, ਮੈਂ ਇੱਕ ਵਰਕਸ਼ੀਟ ਬਣਾਈ ਹੈ ਕਿ ਜੇਕਰ ਅਸੀਂ 200 ਕੰਪਿਊਟਰ ਸੇਲ ਕਰਦੇ ਹਾਂ 60% ਹਾਈਐਸਟ ਸਾਡਾ ਸੋਲਡ ਜਿਹੜਾ ਪ੍ਰਾਈਸ ਹੋਏਗਾ। तो ਉਹਦੇ ਬਾਅਦ ਜੇਕਰ ਅਸੀਂ ਕੰਪਿਊਟਰ ਸਪੋਜ਼ ਕਿ ਹਾਈਐਸਟ ਪ੍ਰਾਈਸ ਤੇ 90 ਕੰਪਿਊਟਰ ਸੇਲ ਕੀਤੇ ਨੇ ਤੇ ਲੋਵੈਸਟ ਪ੍ਰਾਈਸ ਤੇ 110 ਕੰਪਿਊਟਰ ਸੇਲ ਕੀਤੇ ਨੇ ਤਾਂ ਸਾਡਾ ਟੋਟਲ ਪ੍ਰੋਫਿਟ ਜਿਹੜਾ ਆ ਉਹ ਪਰ ਯੂਨਿਟ ਸਾਨੂੰ ਇੰਨਾ ਮਿਲੇਗਾ। ਸੋ ਅਸੀਂ ਇਦੋਂ ਚੇਂਜ ਕਰਕੇ ਦੇਖਾਂਗੇ ਕਿ ਜੇਕਰ ਅਸੀਂ ਪਰਸੈਂਟੇਜ ਆਪਣੀ ਚੇਂਜ ਕਰਦੇ ਹਾਂ ਸੋਲਡ ਦੀ ਹਾਈਐਸਟ ਪ੍ਰਾਈਸ ਦੀ ਤਾਂ ਉਹਦੇ ਨਾਲ ਸਾਨੂੰ ਕਿੰਨਾ ਪ੍ਰੋਫਿਟ ਜਿਹੜਾ ਹੈਗਾ ਐਕਸਟਰਾ ਮਿਲਦਾ ਹੈ ਜਾਂ ਉਹਦੀ ਡਿਫਰੈਂਟ ਵੈਲਿਊ ਜਿਹੜੀਆਂ ਕਿਸ ਤਰ੍ਹਾਂ ਚੇਂਜ ਹੁੰਦੀਆਂ ਨੇ। आओ देखने बच्चों वट इफ एनालिसिस ਨੂੰ ਅਸੀਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ ਕੰਪਿਊਟਰ ਦੇ ਵਿੱਚ। ਸੋ ਇਹਦੇ ਵਿੱਚ ਡਾਟਾ ਮੈਨੂ ਦੇ ਵਿੱਚ ਹੈ ਦੇਖੋ ਸਾਡੇ ਕੋਲ ਨੈਕਸਟ ਵੈਲਿਊ ਹੈਗੀ ਆ ਵਟ ਇਫ ਐਨਾਲਿਸਿਸ, ਅਸੀਂ ਇਹਦੇ ਉੱਪਰ ਕਲਿੱਕ ਕਰਾਂਗੇ। ਇਹਦੇ ਵਿੱਚ ਨੈਕਸਟ ਹੈਗੀ ਆ ਸਿਨੈਰੀਓ ਮੈਨੇਜਰ, ਇਹਦੇ ਉੱਪਰ ਕਲਿੱਕ ਕਰਾਂਗੇ ਤੇ ਇਹ ਸਾਡੇ ਕੋਲ ਇਨਪੁਟ ਜਿਹੜਾ ਡਾਇਲੌਗ ਬਾਕਸ ਓਪਨ ਹੋ ਗਿਆ ਸਿਨੈਰੀਓ ਮੈਨੇਜਰ ਦਾ। ਇਹਦੇ ਵਿੱਚ ਅਸੀਂ ਐਡ ਦੇ ਉੱਪਰ ਕਲਿੱਕ ਕਰਾਂਗੇ। ਐਡ ਦੇ ਕਲਿੱਕ ਕਰਨ ਦੇ ਬਾਅਦ ਇਹ ਪੁੱਛੇਗਾ ਵੀ ਤੁਸੀਂ ਕਿਹੜਾ ਸਿਨੈਰੀਓ ਬਣਾਉਣਾ ਚਾਹੁੰਦੇ। ਸਪੋਜ਼ ਕਿ ਪਹਿਲਾਂ ਮੇਰਾ 60% ਦਾ ਸੀਗਾ, ਹੁਣ ਮੈਂ 70% ਦਾ ਆਪਣਾ ਸਿਨੈਰੀਓ ਜਿਹੜਾ ਬਣਾਉਣਾ ਚਾਹੁੰਦਾ 70% ਹਾਈਐਸਟ ਵੈਲਿਊ ਦਾ। ਸੋ ਇਹ ਨੇਮ ਅਸੀਂ ਕੁਝ ਵੀ ਦੇ ਸਕਨੇ ਆ। ਸੋ ਕਹਿੰਦਾ ਕਿ ਚੇਂਜਿੰਗ ਜਿਹੜਾ ਸੈੱਲ ਹੈ ਤੁਹਾਡਾ ਉਹ ਕਿਹੜਾ ਹੋਏਗਾ, ਚੇਂਜਿੰਗ ਸੈੱਲ ਜਿਹੜਾ ਸਾਡਾ D9 ਹੋਏਗਾ। ਅਸੀਂ ਇਹਨੂੰ ਓਕੇ ਕਰ ਦਿਆਂਗੇ। ਚੇਂਜਿੰਗ ਸੈੱਲ ਸਾਡਾ ਜਿਹੜਾ ਸੌਰੀ D9 ਨਹੀਂ ਬੱਚੋ C, ਕਿਉਂਕਿ ਪਰਸੈਂਟੇਜ ਅਸੀਂ ਇੱਥੇ ਦਿੱਤੀ ਹੈ C4 ਹੋਏਗਾ। C4 ਦੇ ਉੱਪਰ ਅਸੀਂ ਕਲਿੱਕ ਕਰਾਂਗੇ ਓਕੇ। ਇਹ ਸਾਡਾ ਤੇ ਇੱਥੇ ਸਾਡੇ ਕਿੰਨੇ ਪਰਸੈਂਟੇਜ ਅਸੀਂ ਚੇਂਜ ਕੀਤੀ ਹੈ 0.7 ਦੇ ਦਿਆਂਗੇ। ਓਕੇ ਹੋ ਗਿਆ। ਦੇਖੋ ਸਾਡੇ ਕੋਲ ਇੱਕ ਜਿਹੜਾ ਸਿਨੈਰੀਓ ਐਡ ਹੋ ਗਿਆ। ਇਸੇ ਤਰ੍ਹਾਂ ਅਸੀਂ ਡਿਫਰੈਂਟ ਟਾਈਪ ਦੇ ਹੋਰ ਵੀ ਜਿਹੜੇ ਸਿਨੈਰੀਓ ਹੈਗੇ ਆ ਉਹਨਾਂ ਨੂੰ ਐਡ ਕਰ ਸਕਦੇ ਆ ਜਿਹਦੇ ਨਾਲ ਸਾਨੂੰ ਉਹਦੇ ਅਕੋਰਡਿੰਗ ਜਿਹੜੀ ਵੈਲਿਊ ਚੇਂਜ ਹੋਏਗੀ ਉਹ ਮਿਲ ਜੇਗੀ। ਓਕੇ ਇੱਥੇ ਅਸੀਂ 0.8 ਦਵਾਂਗੇ। तो ਅਸੀਂ ਨੈਕਸਟ ਹੋਰ ਇੱਕ ਐਡ ਕਰ ਸਕਦੇ ਆ 90% C4 0.9 ਜਿਹੜਾ ਪਰਸੈਂਟੇਜ ਵਾਲਾ ਸੈੱਲ ਹੈਗਾ ਬੱਚੋ। ਸੋ ਨੈਕਸਟ ਡਿਫਰੈਂਟ ਵੈਲਿਊ ਸੈੱਟ ਕਰਨ ਦੇ ਬਾਅਦ ਅਸੀਂ ਇਹਨਾਂ ਵੈਲਿਊ ਦੇ ਰਿਜ਼ਲਟ ਚੈੱਕ ਕਰਾਂਗੇ। ਜਿਸ ਤਰ੍ਹਾਂ ਦੇਖੋ ਬੱਚੋ ਇੱਥੇ 60% ਦੇ ਨਾਲ ਸਾਡੀ ਵੈਲਿਊ ਆ ਰਹੀ ਹੈ। ਜੇਕਰ ਅਸੀਂ ਹੁਣ 70% ਤੇ ਜਾ ਕੇ ਸ਼ੋ ਕਰਦੇ ਹਾਂ ਤਾਂ ਆਟੋਮੈਟਿਕਲੀ ਦੇਖੋ ਬੱਚੋ ਸਾਰੀਆਂ ਵੈਲਿਊਜ਼ ਚੇਂਜ ਹੋ ਰਹੀਆਂ ਨੇ। 80% ਤੇ ਕਲਿੱਕ ਕਰਾਂਗੇ ਅਗੇਨ ਵੈਲਿਊ ਚੇਂਜ ਹੋਣਗੀਆਂ। 90% ਤੇ ਕਲਿੱਕ ਕਰਾਂਗੇ ਅਗੇਨ ਵੈਲਿਊ ਚੇਂਜ ਹੋਣਗੀਆਂ। ਸੋ ਅਸੀਂ ਇਹਦਾ ਹੀ ਇੱਕ ਅਲੱਗ ਤੋਂ ਟੇਬਲ ਵੀ ਬਣਾ ਸਕਦੇ ਹਾਂ ਜਿਸ ਤੋਂ ਸਾਨੂੰ ਪਤਾ ਚੱਲੇਗਾ ਕਿ ਡਿਫਰੈਂਟ ਵੈਲਿਊਜ਼ ਦੇ ਨਾਲ ਸਾਡੀ ਜਿਹੜੀਆਂ ਕਿਹੜੀਆਂ ਵੈਲਿਊ ਸਾਨੂੰ ਅਵੇਲੇਬਲ ਹੋ ਰਹੀਆਂ ਨੇ। ਸੋ ਸਿਨੈਰੀਓ ਮੈਨੇਜਰ ਦੇ ਉੱਪਰ ਜਾ ਕੇ ਸਮਰੀ ਦੇ ਉੱਪਰ ਜਾਵਾਂਗੇ। ਅਸੀਂ ਸਮਰੀ ਦੇ ਉੱਪਰ ਜਾ ਕੇ ਇਹਦੇ ਵਿੱਚ ਜਿਹੜਾ ਰਿਜ਼ਲਟ ਸੈੱਲ ਹੈਗਾ ਸਾਡਾ ਯੂਨਿਟ ਪ੍ਰੋਫਿਟ ਵਾਲਾ ਅਸੀਂ ਦੇਵਾਂਗੇ ਤੇ ਸਿਨੈਰੀਓ ਸਮਰੀ ਦੇ ਉੱਪਰ ਕਲਿੱਕ ਕਰਕੇ ਓਕੇ ਕਰਾਂਗੇ। ਆਟੋਮੈਟਿਕਲੀ ਦੇਖੋ ਬੱਚੋ 60% ਦੇ ਨਾਲ ਸਾਡਾ ਪ੍ਰੋਫਿਟ ਜਿਹੜਾ ਇੰਨਾ ਹੈਗਾ ਹੈ, 70 ਦੇ ਨਾਲ ਇਹ ਹੋ ਜਾਏਗਾ, 80 ਦੇ ਨਾਲ ਇਹ ਐਂਡ 90 ਦੇ ਨਾਲ ਸਾਡਾ ਪ੍ਰੋਫਿਟ ਜਿਹੜਾ ਇਹ ਹੋ ਜਾਏਗਾ। ਸਾਨੂੰ ਪੂਰਾ ਉਹਦਾ ਇੱਕ ਟੇਬਲ ਬਣਾ ਕੇ ਜਿਹੜਾ ਸ਼ੋ ਹੋ ਜਾਂਦਾ ਹੈ। ਅਸੀਂ ਈਜ਼ੀਲੀ ਇਹਨੂੰ ਐਨਾਲਿਸਿਸ ਕਰ ਸਕਦੇ ਹਾਂ। ਸੋ ਇਹਦੇ ਵਿੱਚ ਹੀ ਬੱਚੋ ਇੱਕ ਹੋਰ ਨੈਕਸਟ ਆਪਸ਼ਨ ਬੜੀ ਵਧੀਆ ਹੁੰਦੀ ਹੈ ਵਾਟ ਇਫ ਐਨਾਲਿਸਿਸ ਦੇ ਵਿੱਚ ਹੈਗਾ ਹੈ ਗੋਲ ਸੀਕ। ਗੋਲ ਸੀਕ ਦਾ ਮੀਨਸ ਹੈ ਕਿ ਅਸੀਂ ਕਿਸੇ ਗੋਲ ਨੂੰ ਅਚੀਵ ਕਰਨ ਵਾਸਤੇ ਸਾਨੂੰ ਕਿਹੜੇ ਡਿਫਰੈਂਟ ਐਫਰਟਸ ਕਰਨੇ ਪੈਣਗੇ, ਕਿੰਨੀ ਹਾਈਐਸਟ ਪ੍ਰਾਈਸ ਦੀ ਜਿਹੜੀ ਸੇਲ ਦੀ ਪਰਸੈਂਟੇਜ ਜਿਹੜੀ ਇਨਕਰੀਜ਼ ਕਰਨੀ ਪਏਗੀ ਤਾਂ ਕਿ ਅਸੀਂ ਆਪਣਾ ਗੋਲ ਜਿਹੜਾ ਹੈਗਾ ਉਹਨੂੰ ਅਚੀਵ ਕਰ ਸਕੀਏ। ਸੋ ਗੋਲ ਸੀਕ ਵਾਸਤੇ ਅਸੀਂ ਇਹਦੇ ਉੱਪਰ ਕਲਿੱਕ ਕਰਾਂਗੇ। ਇਹਦੇ ਉੱਪਰ ਫਿਰ ਇਹਦੇ ਵਿੱਚ ਸੈੱਟ ਵੈਲਿਊ ਮੀਨਸ ਕਿਹੜੀ ਵੈਲਿਊ ਅਸੀਂ ਸੈੱਟ ਕਰਨੀ ਚਾਹੁੰਦੇ ਆਪਣੀ ਟੋਟਲ ਪ੍ਰੋਫਿਟ ਦੀ, ਯਾਨੀ ਕਿ D9 ਸੈੱਲ ਜਿਹੜਾ ਹੈਗਾ ਹੈ ਸਾਡਾ ਟੋਟਲ ਪ੍ਰੋਫਿਟ ਦਾ ਹੈਗਾ ਹੈ
ਬਾਈ ਚੇਂਜਿੰਗ ਵੈਲਿਊ, ਕਿਹੜੀ ਵੈਲਿਊ ਚੇਂਜ ਕਰਾਂਗੇ? ਪਰਸੈਂਟੇਜ ਦੀ। ਇਟ ਮੀਨਸ ਕਿ ਕਿੰਨੀ ਪਰਸੈਂਟੇਜ ਚੇਂਜ ਕਰੀਏ ਟੂ ਵੈਲਿਊ ਵੀ ਅਚੀਵਮੈਂਟ ਸਾਡੀ ਕੀ ਹੋਏਗੀ, ਮਤਲਬ ਅਸੀਂ ਕਿਹੜੀ ਵੈਲਿਊ ਨੂੰ ਅਚੀਵ ਕਰਨਾ ਚਾਹੁੰਦੇ ਹਾਂ। ਸਪੋਜ਼ ਕਿ ਅਸੀਂ ਵੈਲਿਊ 4 ਲੱਖ ਜਿਹੜੀ ਹੈਗੀ ਆ ਉਹਨੂੰ ਅਚੀਵ ਕਰਨਾ ਚਾਹੁੰਦੇ ਹਾਂ। ਹਾਂਜੀ, ਇਹ ਆ ਗਿਆ 4 ਲੱਖ। ਸੈਟ ਵੈਲਿਊ ਕਿਹੜੀ ਹੈਗੀ ਹੈ? ਜਿਹੜੀ ਅਸੀਂ ਵੈਲਿਊ ਚਾਹੁੰਦੇ ਹਾਂ ਰਿਜ਼ਲਟਿੰਗ ਵੈਲਿਊ, ਯਾਨੀ ਕਿ ਟੋਟਲ ਪ੍ਰੋਫਿਟ। ਚੇਂਜਿੰਗ ਵੈਲਿਊ ਪਰਸੈਂਟੇਜ ਵਾਲੀ, ਟੂ ਵੈਲਿਊ ਜਿੰਨੇ ਅਸੀਂ ਗੋਲ ਆਪਣਾ ਕਰਨਾ ਚਾਹੁੰਦੇ ਉੱਥੇ ਉਨੀ ਅਮਾਊਂਟ ਦੇ ਦਾਂਗੇ। ਹੁਣ ਓਕੇ ਪ੍ਰੈਸ ਕਰਾਂਗੇ, ਆਟੋਮੈਟਿਕਲੀ ਦੇਖੋ ਬੱਚੋ ਕਹਿੰਦਾ ਟਾਰਗੇਟ ਵੈਲਿਊ ਅਚੀਵ ਕਰਨ ਲਈ ਸਾਨੂੰ 167% ਜਿਹੜਾ ਹੈਗਾ ਹਾਈਐਸਟ ਪ੍ਰਾਈਸ ਦੇ ਜਿਹੜੇ ਕੰਪਿਊਟਰਸ ਦੀ ਸੇਲ ਕਰਾਂਗੇ, ਫਿਰ ਹੀ ਕਹਿੰਦਾ ਕਿ ਅਸੀਂ ਜਿਹੜਾ ਹੈਗਾ ਹੈ ਆਪਣਾ ਗੋਲ ਜਿਹੜਾ ਹੈਗਾ ਉਹਨੂੰ ਅਚੀਵ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਗੋਲ ਸੀਕ ਦੇ ਨਾਲ ਆਪਣਾ ਕਿੰਨੀ ਮੈਕਸਿਮਮ ਸੇਲ ਵਧਾ ਕੇ ਜਿਹੜਾ ਹੈਗਾ ਉਹਦੀ ਅਚੀਵਮੈਂਟ ਕਰਨੀ ਹੈਗੀ ਹੈ, ਉਹਦੀ ਜਿਹੜਾ ਅਸੀਂ ਪਰਸੈਂਟੇਜ ਜਿਹੜੀ ਫਾਈਂਡ ਆਊਟ ਕਰ ਸਕਦੇ ਹਾਂ। ਡਿਫਾਲਟ ਅਸੀਂ ਫਿਰ 60 ਦੇ ਦਾਂਗੇ, ਸਾਡੀਆਂ ਵੈਲਿਊਜ਼ ਜਿਹੜੀਆਂ ਨੇ ਉਹਦੇ ਅਕੋਰਡਿੰਗ ਚੇਂਜ ਹੋ ਜਾਣਗੀਆਂ। ਸੋ ਬੱਚੋ ਬਟ ਇਫ ਐਨਾਲਿਸਿਸ ਜਿਹੜਾ ਹੈਗਾ ਹੈ ਸਾਨੂੰ ਜਿਹੜੀਆਂ ਅਨਨੋਨ ਵੈਲਿਊਜ਼ ਹੈਗੀਆਂ ਨੇ ਉਹਨਾਂ ਨੂੰ ਫਾਈਂਡ ਆਊਟ ਕਰਨ ਦੇ ਵਿੱਚ। ਸੋ ਬੱਚੋ ਹੁਣੇ ਤੁਸੀਂ ਦੇਖਿਆ ਕਿਸ ਤਰ੍ਹਾਂ ਅਸੀਂ ਵਟ ਇਫ ਐਨਾਲਿਸਿਸ ਦੇ ਨਾਲ ਆਪਣੇ ਡਾਟੇ ਨੂੰ ਐਨਾਲਿਸਿਸ ਕਰ ਸਕਦੇ ਹਾਂ। ਅਸੀਂ ਇਹਦੇ ਵਿੱਚ ਇੱਕ ਤੁਹਾਨੂੰ ਹੋਰ ਦੂਸਰੀ ਆਪਸ਼ਨ ਵੀ ਤੁਸੀਂ ਦੇਖੀ ਆ ਕਿ ਅਸੀਂ ਗੋਲ ਸੀਕ ਵੀ ਕਰ ਸਕਦੇ ਹਾਂ ਕਿ ਕਿਸੇ ਗੋਲ ਨੂੰ ਅਚੀਵ ਕਰਨ ਲਈ ਸਾਨੂੰ ਕੀ ਚੇਂਜਸ ਕਰਨੀਆਂ ਪੈਣਗੀਆਂ ਤਾਂ ਕਿ ਅਸੀਂ ਆਪਣਾ ਰਿਕੁਆਇਰਡ ਗੋਲ ਜਿਹੜਾ ਹੈਗਾ ਉਹਨੂੰ ਅਚੀਵ ਕਰ ਸਕੀਏ। ਸੋ ਇਹ ਡਿਫਰੈਂਟ ਜਿਹੜੀਆਂ ਵੈਲਿਊਜ਼ ਦੇ ਕੇ ਅਸੀਂ ਇਹਨੂੰ ਦੇਖ ਸਕਦੇ ਹਾਂ। ਉਹਦੇ ਬਾਅਦ ਨੈਕਸਟ ਬੱਚੋ ਟੌਪਿਕ ਹੈਗਾ ਸਾਡੇ ਕੋਲ ਪ੍ਰੋਟੈਕਸ਼ਨ। ਪ੍ਰੋਟੈਕਸ਼ਨ ਦੇ ਨਾਲ ਕੀ ਹੁੰਦਾ ਬੱਚੋ ਕਿ ਅਸੀਂ ਅਨਆਥੋਰਾਈਜ਼ਡ ਅਸੈਸ ਤੋਂ ਬਚਣਾ ਚਾਹੁੰਦੇ ਆ। ਕੋਈ ਅਣਅਧਿਕਾਰਿਕ ਜਿਹੜਾ ਪਰਸਨ ਹੈਗਾ ਉਹ ਸਾਡੀ ਜਿਹੜੀ ਵਰਕਸ਼ੀਟ ਬਣੀ ਆ ਉਹਨੂੰ ਚੇਂਜ ਨਾ ਕਰੇ, ਡਿਲੀਟ ਨਾ ਕਰੇ ਜਾਂ ਉਹਦੇ ਡਾਟੇ ਨੂੰ ਖਰਾਬ ਨਾ ਕਰੇ। ਇਹਦੇ ਤੋਂ ਬਚਣ ਲਈ ਅਸੀਂ ਪ੍ਰੋਟੈਕਸ਼ਨ ਦੀਆਂ ਸਾਡੇ ਕੋਲ ਟੈਕਨੀਕਸ ਹੈਗੀਆਂ ਨੇ ਡਿਫਰੈਂਟ, ਜਿਹਨੂੰ ਅਸੀਂ ਯੂਜ਼ ਕਰ ਸਕਦੇ ਆ। ਰਿਵਿਊ ਟੈਬ ਦੇ ਵਿੱਚ ਪ੍ਰੋਟੈਕਸ਼ਨ ਦੇ ਨਾਲ ਅਸੀਂ ਇਹਦੇ ਉੱਪਰ ਕਲਿੱਕ ਕਰਕੇ ਆਪਣੀ ਜਿਹੜੀ ਸ਼ੀਟ ਹੈ ਉਹਨੂੰ ਪ੍ਰੋਟੈਕਟ ਕਰ ਸਕਦੇ ਆ। ਪਾਸਵਰਡ ਲਗਾ ਲਾਂਗੇ, ਪਾਸਵਰਡ ਜਦ ਤੱਕ ਅਸੀਂ ਪਾਸਵਰਡ ਨਹੀਂ ਦਵਾਂਗੇ ਉਹ 'ਚ ਕੋਈ ਚੇਂਜ ਨਹੀਂ ਹੋਏਗੀ। ਜੇਕਰ ਕੋਈ ਯੂਜ਼ਰ ਸਪੋਜ਼ ਕਿ ਆ ਕੇ ਸਾਡੀ ਵਰਕਸ਼ੀਟ ਨੂੰ ਦੇਖਦਾ ਹੈ, ਚੇਂਜ ਕਰਨ ਦੀ ਕੋਸ਼ਿਸ਼ ਕਰੇਗਾ ਤਾਂ ਐਕਸਲ ਉਹਨੂੰ ਐਰਰ ਮੈਸੇਜ ਸ਼ੋ ਕਰੇਗਾ ਕਿ ਇਹ ਜਿਹੜੀ ਵਰਕਸ਼ੀਟ ਹੈਗੀ ਹੈ ਸਿਰਫ ਰੀਡ ਓਨਲੀ ਹੈ। ਇਟ ਮੀਨਸ ਕੋ ਸਿਰਫ ਦੇਖ ਸਕਦਾ ਹੈ, ਰੀਡ ਕਰ ਸਕਦਾ ਹੈ, ਬਟ ਉਹਦੇ 'ਚ ਕੋਈ ਚੇਂਜ ਨਹੀਂ ਕਰ ਸਕਦਾ। ਜੇਕਰ ਹੁਣ ਦੁਬਾਰਾ ਅਸੀਂ ਉਹ 'ਚ ਕੋਈ ਚੇਂਜ ਕਰਨੀ ਹੋਵੇ ਤਾਂ ਅਸੀਂ ਉਹਨੂੰ ਅਨਪ੍ਰੋਟੈਕਟ ਕਰਾਂਗੇ। ਅਨਪ੍ਰੋਟੈਕਟ ਲਈ ਸਾਡੇ ਕੋਲ ਉਹਦਾ ਪਾਸਵਰਡ ਹੋਣਾ ਜ਼ਰੂਰੀ ਹੈ। ਇਸ ਲਈ ਬੱਚੋ ਇਹਦੇ ਵਿੱਚ ਇੱਕ ਚੀਜ਼ ਦਾ ਧਿਆਨ ਰੱਖਣਾ ਕਿ ਜਿਹੜੀ ਵੀ ਤੁਸੀਂ ਆਪਣੀ ਐਕਸਲ ਦੀ ਵਰਕਸ਼ੀਟ ਨੂੰ ਪ੍ਰੋਟੈਕਟ ਕਰੋਗੇ ਤਾਂ ਪਾਸਵਰਡ ਤੁਹਾਨੂੰ ਰਿਮੈਂਬਰ ਹੋਣਾ ਚਾਹੀਦਾ ਹੈ, ਪਾਸਵਰਡ ਤੁਹਾਨੂੰ ਯਾਦ ਹੋਣਾ ਚਾਹੀਦਾ ਹੈ। ਪਾਸਵਰਡ ਕੋਈ ਇਸ ਤਰ੍ਹਾਂ ਦਾ ਰੱਖੋ ਕਿ ਕੋਈ ਹੋਰ ਉਹਨੂੰ ਫਾਈਂਡ ਆਊਟ ਨਾ ਕਰ ਸਕੇ, ਬਟ ਤੁਸੀਂ ਉਹਨੂੰ ਈਜ਼ੀਲੀ ਯਾਦ ਰੱਖ ਸਕੋ ਤਾਂ ਕਿ ਇਨ ਫਿਊਚਰ ਜਦ ਵੀ ਤੁਸੀਂ ਆਪਣੀ ਉਸ ਵਰਕਸ਼ੀਟ ਤੇ ਕੋਈ ਚੇਂਜਸ ਕਰਨੀਆਂ ਨੇ ਉਹਨੂੰ ਅਨਪ੍ਰੋਟੈਕਟ ਕਰ ਸਕੋ। ਸੋ ਇਹਦਾ ਅਸੀਂ ਹੁਣੇ ਪ੍ਰੈਕਟੀਕਲ ਕਰਕੇ ਦੇਖਾਂਗੇ। ਉਹਦੇ ਬਾਅਦ ਨੈਕਸਟ ਬੱਚੋ ਇਹਦੇ ਵਿੱਚ ਵਿਊ ਟੈਬ ਹੁੰਦੀ ਹੈ। ਵਿਊ ਟੈਬ ਦੇ ਵਿੱਚ ਸਾਡੇ ਕੋਲ 2-3 ਆਪਸ਼ਨਸ ਹੈਗੀਆਂ ਜਿਨ੍ਹਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ। ਸਭ ਤੋਂ ਪਹਿਲੀ ਆਪਸ਼ਨ ਬੱਚੋ ਹੈਗੀ ਹੈ ਸਾਡੇ ਕੋਲ ਸਪਲਿਟ ਦੀ। ਕਿਸੇ ਵੇਲੇ ਬੱਚੋ ਐਕਸਲ ਦੀ ਵਰਕਸ਼ੀਟ ਦੇ ਵਿੱਚ ਇਹ ਹੁੰਦਾ ਹੈ ਕਿ ਅਸੀਂ ਉੱਪਰ ਵਾਲੀ ਵਰਕਸ਼ੀਟ ਨੂੰ ਦੇਖ ਕੇ ਨੀਚੇ ਵਾਲੀ ਵਰਕਸ਼ੀਟ ਤਿਆਰ ਕਰਨੀ ਆ, ਉੱਪਰੋਂ ਡਾਟੇ ਨੂੰ ਐਨਾਲਿਸਿਸ ਕਰਕੇ ਉਹਦੇ ਨੀਚੇ ਡਾਟਾ ਐਂਟਰ ਕਰਨਾ ਹੈ। ਬਟ ਵਰਕਸ਼ੀਟ ਦੇ ਵਿੱਚ ਜਦ ਅਸੀਂ ਨੀਚੇ ਜਾਂਦੇ ਹਾਂ ਤਾਂ ਸਾਡਾ ਡਾਟਾ ਉੱਪਰ ਸਕਰੋਲ ਹੋ ਜਾਂਦਾ ਹੈ। ਉਸ ਕੇਸ ਦੇ ਵਿੱਚ ਕੀ ਹੋਏਗਾ ਕਿ ਅਸੀਂ ਉੱਪਰੋਂ ਪਹਿਲਾਂ ਕੀ ਕਰਾਂਗੇ, ਸਕਰੋਲ ਕਰਕੇ ਉੱਪਰ ਜਾਵਾਂਗੇ, ਡਾਟਾ ਦੇਖਾਂਗੇ, ਫਿਰ ਨੀਚੇ ਆ ਕੇ ਆਪਣਾ ਡਾਟਾ ਐਂਟਰ ਕਰਾਂਗੇ। ਸੋ ਇਸ ਤਰ੍ਹਾਂ ਦੀ ਚੀਜ਼ ਤੋਂ ਬਚਣ ਲਈ ਅਸੀਂ ਕੀ ਆ, ਆਪਣੀ ਜਿਹੜੀ ਕਰੰਟ ਸਕਰੀਨ ਹੈਗੀ ਆ ਸਾਡੀ ਐਕਸਲ ਦੀ ਉਹਨੂੰ ਅਸੀਂ 2 ਹਿੱਸਿਆਂ ਦੇ ਵਿੱਚ ਸਪਲਿਟ ਕਰ ਲਾਂਗੇ, ਡਿਵਾਈਡ ਕਰ ਲਾਂਗੇ। ਉੱਪਰਲਾ ਹਿੱਸਾ ਸਾਡਾ ਫਿਕਸ ਹੋਏਗਾ, ਉਹ ਚੇਂਜ ਨਹੀਂ ਹੋਏਗਾ। ਜਿੱਥੇ ਅਸੀਂ ਉਹਨੂੰ ਰੋਕ ਦਾਂਗੇ, ਜਿਹੜੇ ਕਾਲਮ ਤੇ ਰੋਕ ਦਾਂਗੇ ਉੱਥੇ ਰੁਕ ਜਾਏਗਾ। ਨੀਚੇ ਵਾਲੇ ਹਿੱਸੇ 'ਚ ਆ ਕੇ ਅਸੀਂ ਚੇਂਜ ਕਰਾਂਗੇ। ਇਟ ਮੀਨਸ ਕਿ ਉੱਪਰ ਵਾਲਾ ਫਿਕਸ ਹਿੱਸੇ ਨੂੰ ਅਸੀਂ ਦੇਖ ਸਕਦੇ ਹਾਂ, ਨੀਚੇ ਵਾਲੇ ਦੇ ਵਿੱਚ ਅਸੀਂ ਕੋਈ ਵੀ ਚੇਂਜ ਕਰ ਸਕਦੇ ਹਾਂ। ਆਪਣੀ ਕਰੰਟ ਵਰਕਸ਼ੀਟ ਨੂੰ ਅਸੀਂ 2 ਹਿੱਸਿਆਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਸੋ ਇਹ ਸਪਲਿਟ ਆਪਸ਼ਨ ਬੜੀ ਵਧੀਆ ਹੈ। ਕੇਸ ਦੇ ਵਿੱਚ ਜਦੋਂ ਅਸੀਂ ਉੱਪਰ ਆਪਣੀ ਵਰਕਸ਼ੀਟ ਨੂੰ ਦੇਖ ਕੇ ਉਹਦੇ ਨੀਚੇ ਕੋਈ ਚੇਂਜਸ ਕਰਨੀਆਂ ਹੋਣ ਤਾਂ ਅਸੀਂ ਉਹਨੂੰ 2 ਹਿੱਸਿਆਂ ਦੇ ਵਿੱਚ ਡਿਵਾਈਡ ਕਰਕੇ ਉਹ ਰਿਕੁਆਇਰਡ ਚੇਂਜਸ ਜਿਹੜੀਆਂ ਕਰ ਸਕਦੇ ਹਾਂ। ਨੈਕਸਟ ਬੱਚੋ ਇਹਦੇ ਵਿੱਚ ਇੰਪੋਰਟੈਂਟ ਚੀਜ਼ ਹੈਗੀ ਆ ਫਰੀਜ਼। ਫਰੀਜ਼ ਦੇ ਵਿੱਚ ਬੱਚੋ ਕੀ ਹੁੰਦਾ ਕਿ ਕਿਸੇ ਵੇਲੇ ਜਦ ਸਾਡੀ ਬਹੁਤ ਵੱਡੀ ਵਰਕਸ਼ੀਟ ਹੁੰਦੀ ਹੈ, ਠੀਕ ਹੈ, ਜਿਹੜੀ ਸਾਡੀ ਸਕਰੀਨ ਦੇ ਵਿੱਚ ਫਿੱਟ ਨਹੀਂ ਆਉਂਦੀ ਤਾਂ ਅਸੀਂ ਕੀ ਆ, ਜਦੋਂ ਨੀਚੇ ਸਕਰੋਲ ਕਰਦੇ ਤਾਂ ਉੱਪਰ ਸਾਡੇ ਜਿਹੜੇ ਹੈਡਿੰਗ ਲਿਖੇ ਹੁੰਦੇ ਆ ਵਰਕਸ਼ੀਟ ਦੇ ਉੱਪਰ ਚਲੇ ਜਾਂਦੇ ਨੇ। ਤੇ ਨੀਚੇ ਅਸੀਂ ਜਦ ਡਾਟਾ ਐਂਟਰ ਕਰਨਾ ਹੁੰਦਾ ਤਾਂ ਸਾਨੂੰ ਇਹ ਨਹੀਂ ਪਤਾ ਲੱਗਦਾ ਕਿ ਕਿਹੜੇ ਕਾਲਮ ਦਾ ਹੈਡਿੰਗ
ਕੀ ਹੈਗਾ ਹੈ, ਕਿਉਂਕਿ ਜੇਕਰ ਮਲਟੀਪਲ ਕਾਲਮ ਹੈ ਤਾਂ ਸਾਨੂੰ ਖੁਦ ਨਹੀਂ ਯਾਦ ਰਹੇਗਾ ਕਿ ਕਿਹੜੇ ਕਾਲਮ ਦਾ ਕੀ ਹੈਡਿੰਗ ਹੈ, ਉੱਥੇ ਅਸੀਂ ਕਿਹੜਾ ਡਾਟਾ ਐਂਟਰ ਕਰਨਾ ਹੈ, ਜਾਂ ਰਾਈਟ ਸਾਈਡ ਤੇ ਜਿਹੜੇ ਅਸੀਂ ਨੇਮ ਦਿੱਤੇ ਹੈਗੇ ਨੇ ਉਹ ਕਿਸ ਨੇਮ ਦੇ ਅੰਡਰ ਸਾਡਾ ਡਾਟਾ ਜਿਹੜਾ ਉਹ ਐਂਟਰ ਹੋਣਾ ਹੈ, ਜਾਂ ਜਦੋਂ ਅਸੀਂ ਚੇਂਜ ਕਰਨੀ ਹੈ ਉਸ ਕੇਸ ਦੇ ਵਿੱਚ ਸਾਡੇ ਕੋਲ ਫਰੀਜ਼ ਦੀ ਆਪਸ਼ਨ ਹੈ। ਫਰੀਜ਼ ਦੇ ਨਾਲ ਬੱਚਿਓ ਅਸੀਂ ਆਪਣੀ ਜਿਹੜੀ ਸਾਡੀ ਫਸਟ ਲਾਈਨ ਜਾਂ ਜਿਹੜਾ ਹਿੱਸੇ ਤੇ ਅਸੀਂ ਫਰੀਜ਼ ਕਰਨਾ ਚਾਹੁੰਦੇ ਆ, ਅਸੀਂ ਉੱਪਰ ਵਾਲੀ ਪੂਰੀ ਦੀ ਪੂਰੀ ਲਾਈਨ ਨੂੰ ਫਰੀਜ਼ ਕਰ ਦਿਆਂਗੇ। ਉਹ ਲਾਈਨ ਜਿਹੜੀ ਆਪਣੀ ਜਗ੍ਹਾ ਤੇ ਰੁਕ ਜੇਗੀ। ਅਸੀਂ ਚਾਹੇ ਜਿੰਨਾ ਵੀ ਨੀਚੇ ਸਕਰੋਲ ਕਰ ਲਈਏ ਉਹ ਲਾਈਨਸ ਆਪਣੀ ਜਗ੍ਹਾ ਤੇ ਰੁਕੀ ਰਹੇਗੀ ਤੇ ਨੀਚੇ ਸਾਨੂੰ ਪਤਾ ਚੱਲਦਾ ਜਾਏਗਾ ਕਿ ਅਸੀਂ ਕਿਹੜੇ ਕੋਰਸਪੋਂਡੈਂਸ ਡਾਟਾ ਜਿਹੜਾ ਉਹ ਐਂਟਰ ਕਰਨਾ ਹੈ। ਉਹਦੇ ਨਾਲ ਸਾਨੂੰ ਹੈਡਿੰਗਸ ਜਿਹੜੇ ਨੇ ਉੱਪਰ ਉਹ ਅਵੇਲੇਬਲ ਰਹਿਣਗੇ ਹਰ ਟਾਈਮ ਤੇ। ਇਸੇ ਤਰ੍ਹਾਂ ਜੇਕਰ ਅਸੀਂ ਆਪਣੇ ਲੈਫਟ ਸਾਈਡ ਦੇ ਉੱਪਰ ਸਾਡੇ ਨੇਮਸ ਵਗੈਰਾ ਆ ਰਹੇ ਨੇ, ਅਸੀਂ ਚਾਹੁੰਦੇ ਹਾਂ ਕਿ ਸਾਨੂੰ ਪਤਾ ਚੱਲ ਜਾਏ ਕਿਸ ਨੇਮ ਦੇ ਅੰਡਰ ਕੀ ਡਾਟਾ, ਕਿਉਂਕਿ ਜਦੋਂ ਅਸੀਂ ਇੱਧਰ ਨੂੰ ਸਕਰੋਲ ਕਰਾਂਗੇ ਜੇਕਰ ਇੱਕ ਸਕਰੀਨ ਤੋਂ ਜ਼ਿਆਦਾ ਦੀ ਸਾਡੀ ਵਰਕਸ਼ੀਟ ਹੈ ਤਾਂ ਨੇਮ ਜਿਹੜੇ ਦੂਸਰੀ ਸਾਈਡ ਨੂੰ ਹਾਈਡ ਹੋ ਜਾਣਗੇ। ਅਸੀਂ ਉਹ ਨੇਮ ਹਮੇਸ਼ਾ ਅਵੇਲੇਬਲ ਰੱਖਣਾ ਚਾਹੁੰਦੇ ਹਾਂ ਤਾਂ ਫਿਰ ਇੱਥੇ ਅਸੀਂ ਫਰੀਜ਼ ਪੇਨ ਨਾਂ ਦੀ ਆਪਸ਼ਨ ਹੈਗੀ ਉਹਨੂੰ ਕਰ ਦਾਂਗੇ। ਫਰੀਜ਼ ਪੇਨ ਦੇ ਨਾਲ ਕੀ ਹੋਏਗਾ, ਨਾ ਤੇ ਸਾਡੇ ਜਿਹੜੇ ਨੇਮਸ ਹੈਗੇ ਆ ਉਹ ਵੀ ਨਹੀਂ ਮੂਵ ਹੋਣਗੇ, ਫਿਕਸ ਹੋ ਜਾਣਗੇ, ਤੇ ਸਾਡੇ ਹੈਡਿੰਗ ਜਿਹੜੇ ਉੱਪਰ ਆ ਉਹ ਵੀ ਫਿਕਸ ਹੋ ਜਾਣਗੇ। ਇਹਦੇ ਨਾਲ ਸਾਡੀ ਅਸੀਂ ਵਰਕਸ਼ੀਟ ਦਾ ਵਿਚਲਾ ਡਾਟਾ ਚਾਹੇ ਜਿੰਨਾ ਵੀ ਅਸੀਂ ਮੂਵ ਕਰ ਲਈਏ, ਸਾਡੇ ਹੈਡਿੰਗ ਐਂਡ ਨੇਮਸ ਜਿਹੜੇ ਉਹ ਹਮੇਸ਼ਾ ਫਿਕਸ ਰਹਿਣਗੇ। ਸੋ ਇਹ ਫਰੀਜ਼ ਦੀ ਆਪਸ਼ਨ ਦੇ ਨਾਲ ਅਸੀਂ ਇਹਨੂੰ ਯੂਜ਼ ਕਰ ਸਕਦੇ ਹਾਂ। ਉਹਦੇ ਬਾਅਦ ਜਦ ਨੈਕਸਟ ਅਸੀਂ ਫਰੀਜ਼ ਨੂੰ ਅਨਫਰੀਜ਼ ਵੀ ਕਰ ਸਕਦੇ ਹਾਂ ਜੇਕਰ ਸਾਨੂੰ ਉਹ ਨਹੀਂ ਆਪਸ਼ਨ ਚਾਹੀਦੀ। ਇਟ ਮੀਨਸ ਕਿ ਅਸੀਂ ਆਪਣਾ ਡਾਟਾ ਐਂਟਰ ਕਰ ਲਿਆ, ਫਰੀਜ਼ ਦੇ ਬਾਅਦ ਅਸੀਂ ਅਨਫਰੀਜ਼ ਕਰ ਦਾਂਗੇ, ਫਿਰ ਸਾਡੀ ਵਰਕਸ਼ੀਟ ਜਿਹੜੀ ਉਹ ਨਾਰਮਲ ਹੋ ਜਾਏਗੀ। ਨੈਕਸਟ ਹੈ ਬੱਚੋ, ਜਿਸ ਤਰ੍ਹਾਂ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀ ਰੋ ਐਂਡ ਕਾਲਮ ਨੂੰ ਹਾਈਡ ਐਂਡ ਅਨਹਾਈਡ ਕਰਨਾ। ਅਸੀਂ ਕਿਸੇ ਵੀ ਰੋ ਐਂਡ ਕਾਲਮ ਨੂੰ ਛੁਪਾ ਸਕਦੇ ਆ ਜਾਂ ਕਿਸੇ ਵੀ ਸ਼ੀਟ ਨੂੰ ਛੁਪਾ ਸਕਦੇ ਆ। ਰੋ ਐਂਡ ਕਾਲਮ ਜਾਂ ਸ਼ੀਟ ਨੂੰ ਛੁਪਾਉਣ ਵਾਸਤੇ ਅਸੀਂ ਪਹਿਲਾਂ ਰੋ ਨੂੰ ਸਿਲੈਕਟ ਕਰਾਂਗੇ, ਰਾਈਟ ਕਲਿੱਕ ਕਰਾਂਗੇ, ਉਹਦੇ ਤੇ ਹਾਈਡ ਦੀ ਆਪਸ਼ਨ ਆਏਗੀ, ਉਹਨੂੰ ਹਾਈਡ ਕਰ ਸਕਦੇ ਆ। ਸੇਮ ਹੈ ਜੀ, ਕਾਲਮ ਸਿਲੈਕਟ ਕਰਾਂਗੇ, ਰਾਈਟ ਕਲਿੱਕ ਕਰਾਂਗੇ, ਹਾਈਡ ਦੀ ਆਪਸ਼ਨ ਦੇ ਨਾਲ ਉਹਨੂੰ ਹਾਈਡ ਕਰ ਸਕਦੇ ਆ। ਅਨਹਾਈਡ ਲਈ ਕੀ ਕਰਨਾ ਪਏਗਾ, ਜਿਸ ਤਰ੍ਹਾਂ ਸਪੋਜ਼ ਕਿ ਅਸੀਂ ਸੀ ਨੂੰ ਹਾਈਡ ਕੀਤਾ ਹੈ, ਜੇਕਰ ਸੀ ਕਾਲਮ ਨੂੰ ਹਾਈਡ ਕੀਤਾ ਹੈ ਅਸੀਂ ਬੀ ਔਰ ਡੀ ਨੂੰ ਸਿਲੈਕਟ ਕਰਾਂਗੇ ਜਿਹਦੇ ਵਿੱਚ ਸੀ ਆਂਦਾ ਹੈ। ਅਨਹਾਈਡ ਵਾਸਤੇ ਬੱਚੋ ਕਿਸੇ ਵੇਲੇ ਅਨਹਾਈਡ ਨਹੀਂ ਹੁੰਦਾ ਤਾਂ ਉਹਦੇ ਲਈ ਜ਼ਰੂਰੀ ਹੈ ਜੇਕਰ ਸੀ ਨੂੰ ਹਾਈਡ ਕੀਤਾ ਹੈ ਤਾਂ ਅਸੀਂ ਬੀ, ਕਿਉਂਕਿ ਸੀ ਦਾ ਸਾਨੂੰ ਡਿਸਪਲੇ ਨਹੀਂ ਹੋਏਗਾ, ਦਿਖਾਈ ਨਹੀਂ ਦੇਗਾ ਸਾਨੂੰ, ਬਟ ਬੀ ਐਂਡ ਡੀ ਡਿਸਪਲੇ ਹੋ ਰਿਹਾ ਹੈਗਾ। ਸੋ ਅਸੀਂ ਬੀ ਐਂਡ ਡੀ ਨੂੰ ਸਿਲੈਕਟ ਕਰਾਂਗੇ, ਰਾਈਟ ਕਲਿੱਕ ਕਰਾਂਗੇ, ਅਨਹਾਈਡ ਕਰਾਂਗੇ ਤਾਂ ਸਾਨੂੰ ਸੀ ਜਿਹੜਾ ਕਾਲਮ ਹੈ ਵਿਜ਼ੀਬਲ ਹੋ ਜਾਏਗਾ। ਇਸੇ ਤਰ੍ਹਾਂ ਡਿਫਰੈਂਟ ਜਿਹੜੀਆਂ ਰੋ ਨੇ ਉਹ ਵੀ ਸਾਨੂੰ ਵਿਜ਼ੀਬਲ ਹੋ ਜਾਣਗੀਆਂ, ਬਟ ਕੰਡੀਸ਼ਨ ਇਹੀ ਹੈ ਜੇਕਰ ਸਪੋਜ਼ ਕਿ ਮੈਂ 8 ਐਂਡ 9 ਨੂੰ ਹਾਈਡ ਕੀਤਾ ਹੈ ਤਾਂ ਮੈਨੂੰ 7 ਐਂਡ 10 ਅਵੇਲੇਬਲ ਹੋਣਗੀਆਂ। ਸੋ ਮੈਂ 7 ਐਂਡ 10 ਨੂੰ ਸਿਲੈਕਟ ਕਰਾਂਗਾ, ਰਾਈਟ ਕਲਿੱਕ ਕਰਕੇ ਅਨਹਾਈਡ ਕਰਾਂਗਾ, 8 ਔਰ 9 ਜਿਹੜੀਆਂ ਮੈਨੂੰ ਅਵੇਲੇਬਲ ਹੋ ਜਾਣਗੀਆਂ। ਇਸੇ ਤਰ੍ਹਾਂ ਜੇਕਰ ਮੈਂ ਕਿਸੇ ਸ਼ੀਟ ਨੂੰ ਹਾਈਡ ਕਰਨਾ ਚਾਹੁੰਦਾ, ਸ਼ੀਟ ਦੇ ਉੱਪਰ ਜਾ ਕੇ ਰਾਈਟ ਕਲਿੱਕ ਕਰਾਂਗਾ, ਹਾਈਡ ਦੀ ਆਪਸ਼ਨ ਆਏਗੀ, ਕਲਿੱਕ ਕਰ ਦਾਂਗਾ, ਮੇਰੀ ਸ਼ੀਟ ਹਾਈਡ ਹੋ ਜਾਏਗੀ, ਕਿਸੇ ਨੂੰ ਦਿਖਾਈ ਨਹੀਂ ਦੇਗੀ। ਅਨਹਾਈਡ ਵਾਸਤੇ ਫਿਰ ਮੈਂ ਕਿਸੇ ਵੀ ਸ਼ੀਟ ਦੇ ਉੱਪਰ ਕਲਿੱਕ ਕਰਕੇ ਅਨਹਾਈਡ ਕਰਾਂਗਾ ਤਾਂ ਇੱਕ ਮੇਰੇ ਕੋਲ ਡਾਇਲੌਗ ਬਾਕਸ ਆ ਜਾਏਗਾ, ਉਹਦੇ ਵਿੱਚ ਮੇਰੀਆਂ ਜਿੰਨੀਆਂ ਵੀ ਹਾਈਡ ਹੋਈਆਂ ਸ਼ੀਟਸ ਨੇ ਉਹਨਾਂ ਦੇ ਨੇਮ ਆ ਜਾਣਗੇ। ਆਪਾਂ ਉਸ ਸ਼ੀਟ ਨੂੰ ਜਿਹਨੂੰ ਅਨਹਾਈਡ ਕਰਨਾ ਚਾਹੁੰਦੇ ਆ ਸਿਲੈਕਟ ਕਰਕੇ ਅਨਹਾਈਡ ਕਰ ਸਕਦੇ ਆ। ਸੋ ਆਓ ਬੱਚਿਓ, ਸਭ ਤੋਂ ਪਹਿਲਾਂ ਪ੍ਰੋਟੈਕਸ਼ਨ ਦੇ ਤੇ ਸਪਲਿਟ ਫਰੀਜ਼ ਦੇ ਅਸੀਂ ਡਿਫਰੈਂਟ ਜਿਹੜੇ ਆ ਪ੍ਰੈਕਟੀਕਲਸ ਹੈਗੇ ਆ ਉਹ ਕਰਕੇ ਦੇਖਨੇ ਆ। ਸੋ ਨੈਕਸਟ ਬੱਚੋ ਇਹਦੇ ਵਿੱਚ ਹੈਗੀ ਪ੍ਰੋਟੈਕਸ਼ਨ। ਸਾਡੇ ਕੋਲ ਡਿਫਰੈਂਟ ਕਮਾਂਡਸ ਅਵੇਲੇਬਲ ਨੇ ਪ੍ਰੋਟੈਕਸ਼ਨ ਵਾਸਤੇ ਜਿਨ੍ਹਾਂ ਨੂੰ ਅਸੀਂ ਯੂਜ਼ ਕਰ ਸਕਦੇ ਹਾਂ ਤਾਂ ਕਿ ਕੋਈ ਅਨਆਥੋਰਾਈਜ਼ਡ ਐਕਸੈਸ ਜਿਹੜੀ ਹੈਗੀ ਆ ਸਾਡੀ ਸ਼ੀਟ ਦੇ ਉੱਪਰ ਨਾ ਕਰ ਸਕੇ। ਅਣਅਧਿਕਾਰਕ ਬਦਲਾਵ ਨੂੰ ਰੋਕਣ ਲਈ ਅਸੀਂ ਜਿਹੜੀ ਇਸ ਚੀਜ਼ ਨੂੰ ਯੂਜ਼ ਕਰ ਸਕਦੇ ਹਾਂ। ਸੋ ਇਹਦੇ ਵਾਸਤੇ ਦੇਖੋ ਬੱਚੋ, ਸਭ ਤੋਂ ਪਹਿਲਾਂ ਅਸੀਂ ਰਿਵਿਊ ਦੇ ਉੱਪਰ ਜਾਵਾਂਗੇ। ਰਿਵਿਊ ਦੇ ਵਿੱਚ ਹੈਗਾ ਪ੍ਰੋਟੈਕਟ ਸ਼ੀਟ। ਦੇਖੋ ਇਸ ਤਰ੍ਹਾਂ ਅਸੀਂ ਸ਼ੀਟ ਦੇ ਵਿੱਚ ਕੁਝ ਵੀ ਚੇਂਜ ਕਰਦੇ ਹਾਂ ਤਾਂ ਉਹ ਚੀਜ਼ ਚੇਂਜ ਹੋ ਜਾਂਦੀ ਹੈ। ਅਸੀਂ ਚਾਹੁੰਦੇ ਕਿ ਕੋਈ ਚੇਂਜ ਨਾ ਕਰ ਸਕੇ, ਮਾਰਕਸ ਨੂੰ ਚੇਂਜ ਨਾ ਕਰ ਸਕੇ, ਅਸੀਂ ਸ਼ੀਟ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਸੋ ਇਹਦੇ ਵਿੱਚ ਆਪਸ਼ਨ ਸਿਲੈਕਟ ਨੇ, ਇੱਥੇ ਅਸੀਂ ਆਪਣਾ ਕੋਈ ਵੀ ਜਿਹੜਾ ਪਾਸਵਰਡ ਹੈਗਾ ਆ ਉਹ ਦੇ ਸਕਦੇ ਹਾਂ। ਸੋ ਇਹ ਪਾਸਵਰਡ ਜਿਹੜਾ ਹੈਗਾ ਹੈ ਸਿਰਫ ਤੁਹਾਨੂੰ ਹੀ ਪਤਾ ਹੋਏਗਾ ਜਿਹਨੇ ਸੈੱਟ ਕੀਤਾ ਹੈਗਾ ਹੈ। ਹੁਣ ਇਹਦੇ ਬਾਅਦ ਅਸੀਂ ਕੋਈ ਵੀ ਚੇਂਜ ਕਰਨੀ ਚਾਹੁੰਦੇ ਹਾਂ ਜਿਸ ਤਰ੍ਹਾਂ, ਤਾਂ ਦੇਖੋ ਬੱਚੋ ਚੇਂਜ ਨਹੀਂ ਹੋਏਗੀ, ਕਹਿੰਦਾ ਕਿ ਇਹ ਪ੍ਰੋਟੈਕਟਡ ਸ਼ੀਟ ਹੈਗੀ ਹੈ, ਰੀਡ ਓਨਲੀ, ਅਸੀਂ ਇਹਨੂੰ ਚੇਂਜ ਨਹੀਂ ਕਰ ਸਕਦੇ। ਇਟ ਮੀਨਸ ਕਿ ਡਾਟੇ ਨੂੰ ਕੋਈ ਵਿਊ ਤਾਂ ਕਰ ਸਕਦਾ ਬਟ ਚੇਂਜ ਨਹੀਂ ਕਰ ਸਕਦਾ। ਸੋ ਨੈਕਸਟ ਟਾਈਮ ਜਦੋਂ ਅਸੀਂ ਇਹਨੂੰ ਚੇਂਜ ਕਰਨਾ ਹੋਏਗਾ ਫਿਰ ਅਸੀਂ ਖੁਦ ਇਹਨੂੰ ਅਨਪ੍ਰੋਟੈਕਟ ਕਰ ਸਕਦੇ ਹਾਂ ਆਪਣਾ ਪਾਸਵਰਡ ਲਗਾ ਕੇ। ਪਾਸਵਰਡ ਨੂੰ ਯਾਦ ਰੱਖਣਾ ਤੁਸੀਂ ਜੋ ਵੀ ਲਗਾਇਆ ਹੈ। ਸੋ ਉਹਦੇ ਬਾਅਦ ਕਲਿੱਕ ਕਰਾਂਗੇ। ਹੁਣ ਇਹਦੇ ਬਾਅਦ ਅਸੀਂ ਕੋਈ ਚੇਂਜ ਕਰਾਂਗੇ ਤਾਂ ਉਹ ਚੇਂਜ ਜਿਹੜੀ ਉਹ ਪੋਸੀਬਲ ਹੈਗੀ ਹੈ। ਸੈਕਿੰਡ ਇੱਕ ਹੋਰ ਪ੍ਰੋਟੈਕਸ਼ਨ ਦੇ ਵਿੱਚ ਹੀ ਜਾਂਦੀ ਹੈ, ਜਿਸ ਤਰ੍ਹਾਂ ਬੱਚੋ ਦੇਖੋ ਥੱਲੇ ਸਾਡੀਆਂ ਸਾਰੀਆਂ ਸ਼ੀਟਸ ਬਣੀਆਂ ਨੇ, ਮੈਂ ਸ਼ੀਟ ਨੂੰ ਮੂਵ ਕਰ ਸਕਣਾ, ਠੀਕ ਹੈ। ਸਟੂਡੈਂਟਸ ਨੂੰ ਜਿਸ ਤਰ੍ਹਾਂ ਮੈਂ ਅੱਗੇ ਲੈ ਗਿਆ ਜਾਂ ਹੋਰ ਨੈਕਸਟ ਤੇ ਲੈ ਗਿਆ, ਅਸੀਂ ਚਾਹੁੰਦੇ ਕੋਈ ਮੂਵਮੈਂਟਸ ਜਿਹੜੀ ਇਹਦੇ ਵਿੱਚ ਨਾ ਹੋਵੇ ਤਾਂ ਵਰਕਸ਼ੀਟ ਦੇ ਵਿੱਚ
ਨੈਕਸਟ ਹੈਗੀ ਆ ਪ੍ਰੋਟੈਕਟ ਸਟਰਕਚਰ ਐਂਡ ਵਿੰਡੋ। ਅਸੀਂ ਸਟਰਕਚਰ ਨੂੰ ਪ੍ਰੋਟੈਕਟ ਕਰ ਸਕਨੇ ਆ। ਸਟਰਕਚਰ ਦੇ ਨਾਲ ਸਾਡੀ ਸ਼ੀਟ ਦੀ ਜਿਹੜੀ ਮੂਵਮੈਂਟਸ ਹੈਗੀ ਆ ਉਹ ਨਹੀਂ ਹੋਏਗੀ। ਸ਼ੀਟ ਦੀ ਜਿਹੜਾ ਸਾਡਾ ਸਟਰਕਚਰ ਹੈ ਅਸੀਂ ਬਣਾਇਆ ਹੈਗਾ ਰਿਜ਼ਲਟ ਦੇ ਬਾਅਦ ਚਾਰਟ ਟੂ ਪਾਈਵੋਟ ਇਹ ਸੇਮ ਰਹੇਗਾ। ਜਿਸ ਤਰ੍ਹਾਂ ਦੇਖੋ ਅਸੀਂ ਇਹਨੂੰ ਚੇਂਜ ਕਰਨੀ ਚਾਹੁੰਦੇ ਤਾਂ ਉਹ ਚੇਂਜ ਪੋਸੀਬਲ ਨਹੀਂ ਹੈਗੀ, ਸਿਰਫ ਅਸੀਂ ਉਹਨੂੰ ਦੇਖ ਸਕਦੇ ਹਾਂ ਬਟ ਕਿਸੇ ਕਿਸਮ ਦੀ ਚੇਂਜ ਅਸੀਂ ਨਹੀਂ ਕਰ ਸਕਦੇ। ਲਾਸਟ ਇਹਦੇ ਵਿੱਚ ਬੱਚੋ ਇਹਦਾ ਹੈਗਾ ਆ ਕਿ ਅਸੀਂ ਇਹਨੂੰ ਪ੍ਰੋਟੈਕਟ ਕਰ ਸਕਦੇ ਹਾਂ ਇਹਦੀ ਵਿੰਡੋ ਨੂੰ, ਤਾਂ ਕਿ ਕੋਈ ਇਹਦੇ ਇਲਾਵਾ ਇਹਨੂੰ ਖੋਲ ਕੇ ਨਾ ਦੇਖ ਸਕੇ। ਪ੍ਰੋਟੈਕਸ਼ਨ ਦੇ ਵਿੱਚ ਨੈਕਸਟ ਸਟਰਕਚਰ ਦੇ ਨਾਲ ਜੇਕਰ ਅਸੀਂ ਵਿੰਡੋ ਵੀ ਦੇ ਦਿੰਦੇ ਹਾਂ ਤਾਂ ਇਹ ਨੀਚੇ ਵਾਲੀਆਂ ਸਾਡੀਆਂ ਜਿਹੜੀਆਂ ਜਿੰਨੀਆਂ ਵੀ ਸ਼ੀਟਸ ਨੇ ਉਹਨਾਂ ਨੂੰ ਕੋਈ ਚੇਂਜ ਨਹੀਂ ਕਰ ਸਕੇਗਾ। ਸੋ ਦੇਖੋ ਇਹਦੇ ਵਿੱਚ ਕੋਈ ਵੀ ਜਿਹੜੀ ਸ਼ੀਟ ਹੈਗੀ ਆ, ਜੇ ਕਿਸ ਤਰ੍ਹਾਂ ਅਸੀਂ ਇਹਨੂੰ ਦੁਬਾਰਾ ਇੱਕ ਵਾਰੀ ਓਪਨ ਕਰਕੇ ਦੇਖਦੇ ਹਾਂ ਬੰਦ ਕਰਕੇ, ਤਾਂ ਦੇਖੋ ਬੱਚੋ ਸਿਰਫ ਸਾਡੇ ਕੋਲ ਇੱਕ ਵਿੰਡੋ ਹੀ ਅਵੇਲੇਬਲ ਆ, ਬਾਕੀ ਦੀ ਕੋਈ ਸ਼ੀਟ ਅਵੇਲੇਬਲ ਨਹੀਂ ਹੈਗੀ। ਇਟ ਮੀਨਸ ਕਿ ਇਹਦੇ ਵਿੱਚ ਅਸੀਂ ਜਿਹੜੀ ਬਾਕੀ ਦੀ ਕਿਸੇ ਸ਼ੀਟ ਜਿਹੜੀ ਆ ਉਹ ਵਿਊ ਵੀ ਨਹੀਂ ਹੋਏਗੀ, ਨਾ ਕੋਈ ਉਹਦੇ ਵਿੱਚ ਕੋਈ ਚੇਂਜ ਹੋ ਸਕਦੀ ਹੈ। ਅਸੀਂ ਇਹਨੂੰ ਫਿਰ ਅਨਪ੍ਰੋਟੈਕਟ ਕਰ ਸਕਦੇ ਹਾਂ ਰੀਵਿਊ ਦੇ ਵਿੱਚ ਜਾ ਕੇ, ਪ੍ਰੋਟੈਕਸ਼ਨ ਦੇ ਵਿੱਚ ਜਾ ਕੇ ਜੇਕਰ ਅਸੀਂ ਇਹਨੂੰ ਅਨਪ੍ਰੋਟੈਕਟ ਕਰਾਂਗੇ ਤਾਂ ਦੇਖੋ ਹੁਣ ਸਾਡੇ ਕੋਲ ਬਾਕੀ ਦੀਆਂ ਜਿਹੜੀਆਂ। ਸੋ ਬੱਚੋ ਨੈਕਸਟ ਟੈਬ ਹੈਗੀ ਹੈ ਸਾਡੀ ਵਿਊ ਟੈਬ। ਵਿਊ ਟੈਬ ਦੇ ਵਿੱਚ ਅਸੀਂ ਕੀ ਹੈ ਡਿਫਰੈਂਟ ਆਪਸ਼ਨ ਅਵੇਲੇਬਲ ਨੇ। ਜਿਸ ਤਰ੍ਹਾਂ ਸਾਡੀ ਇਹ ਵਰਕਸ਼ੀਟ ਹੈ ਅਸੀਂ ਇਹਨੂੰ ਦੋ ਹਿੱਸਿਆਂ ਦੇ ਵਿੱਚ ਡਿਵਾਈਡ ਕਰ ਸਕਦੇ ਹਾਂ। ਜਿਸ ਤਰ੍ਹਾਂ ਅਸੀਂ ਉੱਪਰੋਂ ਦੇਖ ਕੇ ਆਪਣੀ ਵਰਕਸ਼ੀਟ ਨੂੰ ਯੂਜ਼ ਕਰਨਾ ਹੋਵੇ ਤਾਂ ਅਸੀਂ ਇਹਨੂੰ ਟੂ ਪਾਰਟਸ ਦੇ ਵਿੱਚ ਡਿਵਾਈਡ ਕਰ ਦਿਆਂਗੇ। ਸੋ ਉਹਦੇ ਵਾਸਤੇ ਸਾਡੇ ਕੋਲ ਸਪਲਿਟ ਦੀ ਆਪਸ਼ਨ ਅਵੇਲੇਬਲ ਹੈ। ਸਪਲਿਟ ਦੇ ਉੱਪਰ ਕਲਿੱਕ ਕਰਾਂਗੇ ਤਾਂ ਵਰਕਸ਼ੀਟ ਦੇਖੋ ਸਾਡੀ ਡਿਵਾਈਡ ਹੋ ਗਈ ਹੈ। ਇੱਥੋਂ ਅਸੀਂ ਇਹਨੂੰ ਜਿਸ ਤਰ੍ਹਾਂ ਮਰਜ਼ੀ ਉੱਪਰ ਨੀਚੇ ਕਰ ਸਕਦੇ ਹਾਂ। ਹੁਣ ਨੀਚੇ ਵਾਲਾ ਡਾਟਾ ਸਕਰੋਲ ਹੋਏਗਾ, ਉੱਪਰ ਵਾਲਾ ਡਾਟਾ ਜਿਹੜਾ ਫਿਕਸ ਹੋਏਗਾ। ਸੋ ਉੱਪਰ ਵਾਲੇ ਡਾਟੇ ਨੂੰ ਦੇਖ ਕੇ ਅਸੀਂ ਆਪਣਾ ਨੀਚੇ ਡਾਟਾ ਜਿਹੜਾ ਈਜ਼ੀਲੀ ਬਣਾ ਸਕਦੇ ਹਾਂ। ਸੋ ਸਾਡੇ ਕੋਲ ਸਪਲਿਟ ਦੀ ਆਪਸ਼ਨ ਅਵੇਲੇਬਲ ਹੁੰਦੀ ਹੈ, ਅਸੀਂ ਇੱਥੇ ਕਲਿੱਕ ਕਰਾਂਗੇ ਤਾਂ ਫਿਰ ਸਪਲਿਟ ਜਿਹੜਾ ਕੈਂਸਲ ਹੋ ਜਾਏਗਾ। ਹੁਣ ਇਹਦੇ 'ਚ ਬੱਚੋ ਇੱਕ ਵਾਰੀ ਇਹ ਵੀ ਪ੍ਰੋਬਲਮ ਆਉਂਦੀ ਹੈ ਡਾਟਾ ਜ਼ਿਆਦਾ ਹੋਵੇ, ਜਿਸ ਤਰ੍ਹਾਂ ਡਾਟਾ ਉੱਪਰ ਚਲਾ ਗਿਆ। ਹੁਣ ਸਾਨੂੰ ਇਹ ਨਹੀਂ ਪਤਾ ਚੱਲਦਾ ਪਿਆ ਕਿ ਇਹ ਵਾਲੇ ਜਿਹੜੇ ਮਾਰਕਸ ਨੇ ਇਹ ਕਿਹੜੇ ਸਬਜੈਕਟ ਦੇ ਨੇ। ਠੀਕ ਹੈ, ਜੇਕਰ ਡਾਟਾ ਇੱਧਰ ਨੂੰ ਅਸੀਂ ਲੈ ਜਾਂਦੇ ਹਾਂ ਲੈਫਟ ਸਾਈਡ ਨੂੰ, ਰਾਈਟ ਸਾਈਡ ਨੂੰ ਸਕਰੋਲ ਕੀਤਾ ਤਾਂ ਇਹਦੇ ਵਿੱਚ ਸਾਨੂੰ ਹੁਣ ਇੱਧਰ ਵਾਲੇ ਨੇਮ ਨਹੀਂ ਪਤਾ ਚੱਲਦੇ ਪਏ ਕਿ ਇਹ ਡਾਟਾ ਕਿਹਦਾ ਹੈ। ਸੋ ਇਸ ਕੇਸ ਦੇ ਵਿੱਚ ਸਾਡੇ ਕੋਲ ਐਕਸਲ ਦੇ ਵਿੱਚ ਇੱਕ ਬੜੀ ਵਧੀਆ ਆਪਸ਼ਨ ਹੈਗੀ ਆ ਫਰੀਜ਼। ਅਸੀਂ ਆਪਣੇ ਹੈਡਿੰਗਸ ਨੂੰ ਫਰੀਜ਼ ਕਰ ਸਕਦੇ ਹਾਂ ਤਾਂ ਕਿ ਸਾਡੇ ਕੋਲ ਡਾਟਾ ਐਂਟਰ ਕਰਨ ਵਾਸਤੇ ਜਿਹੜੀਆਂ ਪ੍ਰੋਬਲਮਸ ਜੇਕਰ ਜ਼ਿਆਦਾ ਵੱਡੀ ਸ਼ੀਟ ਹੈ ਤਾਂ ਨਹੀਂ ਹੋਏਗੀ। ਅਸੀਂ ਫਰੀਜ਼ ਪੇਨ ਦੇ ਉੱਪਰ ਜਾਵਾਂਗੇ, ਇਹਦੇ ਵਿੱਚ ਅਸੀਂ ਇਕੱਲੀ ਰੋ ਨੂੰ ਫਰੀਜ਼ ਕਰਨਾ ਚਾਹੁੰਦੇ ਰੋ ਹੋ ਜਾਏਗੀ, ਕਾਲਮ ਨੂੰ ਕਰਨਾ ਚਾਹਾਂਗੇ ਕਾਲਮ ਹੋ ਜਾਏਗਾ। ਜੇਕਰ ਦੋਨੇ ਅਸੀਂ ਰੋ ਐਂਡ ਕਾਲਮ ਕਰਨੇ ਤਾਂ ਫਰੀਜ਼ ਪੇਨ ਤੇ ਕਲਿੱਕ ਕਰਾਂਗੇ। ਹੁਣ ਬੱਚੋ ਦੇਖੋ ਅਸੀਂ ਜੇਕਰ ਇੱਧਰ ਮੂਵਮੈਂਟ ਕਰਦੇ ਨੀਚੇ ਵੀ ਚਲੇ ਗਏ ਹਾਂ ਤਾਂ ਸਾਡੇ ਕੋਲ ਹੈਡਿੰਗਸ ਜਿਹੜੇ ਹਮੇਸ਼ਾ ਅਵੇਲੇਬਲ ਹੋਣਗੇ। ਉਹਦੇ ਬਾਅਦ ਜੇਕਰ ਅਸੀਂ ਰਾਈਟ ਸਾਈਡ ਨੂੰ ਮੂਵਮੈਂਟ ਕਰਦੇ ਹਾਂ ਤਾਂ ਇੱਧਰ ਵਾਲੇ ਜਿਹੜੇ ਸਾਡੇ ਨੇਮਸ ਹੈ ਸਾਨੂੰ ਹਮੇਸ਼ਾ ਅਵੇਲੇਬਲ ਹੋਣਗੇ। ਇਟ ਮੀਨਸ ਕਿ ਸਾਨੂੰ ਹਮੇਸ਼ਾ ਪਤਾ ਚੱਲਦਾ ਰਹੇਗਾ ਕਿਹੜੇ ਬੱਚੇ ਦੇ ਮਾਰਕਸ ਨੇ ਤੇ ਉੱਪਰਲੇ ਕਿਹੜੇ ਸਬਜੈਕਟਸ ਦੇ ਮਾਰਕਸ ਨੇ। ਸੋ ਅਸੀਂ ਪੇਨਸ ਨੂੰ ਫਰੀਜ਼ ਕਰ ਸਕਦੇ ਹਾਂ। ਉਹਦੇ ਬਾਅਦ ਫਿਰ ਜੇਕਰ ਨਹੀਂ ਚਾਹੀਦਾ ਤਾਂ ਅਸੀਂ ਇਹਨੂੰ ਅਨਫਰੀਜ਼ ਕਰ ਸਕਦੇ ਹਾਂ। ਨੈਕਸਟ ਬੱਚੋ ਪਹਿਲਾਂ ਵੀ ਦੱਸਿਆ ਸੀ ਇਹਦੇ ਵਿੱਚ ਅਸੀਂ ਕੋਈ ਰੋ ਕਿਸੇ ਨੂੰ ਨਹੀਂ ਦਿਖਾਉਣਾ ਚਾਹੁੰਦੇ, ਸਪੋਜ਼ ਇਹ ਵਾਲੀਆਂ ਰੋ ਕਿਸੇ ਨੂੰ ਨਹੀਂ ਦਿਖਾਉਣਾ ਚਾਹੁੰਦੇ, ਇੱਥੇ ਰਾਈਟ ਕਲਿੱਕ ਕਰਕੇ ਅਸੀਂ ਇਹਨੂੰ ਹਾਈਡ ਕਰ ਸਕਦੇ ਹਾਂ। ਦੇਖੋ ਰੋਜ਼ ਜਿਹੜੀਆਂ 1 ਦੇ ਬਾਅਦ ਸਿੱਧਾ 6 ਆ ਗਿਆ, 5 ਜਿਹੜੀਆਂ ਵਿੱਚ 4 ਰੋਜ਼ ਜਿਹੜੀਆਂ ਉਹ ਨਹੀਂ ਦਿਖਾਈ ਦੇ ਰਹੀਆਂ, ਹਾਈਡ ਹੋ ਗਈਆਂ ਨੇ। ਇਸੇ ਤਰ੍ਹਾਂ ਸੀ ਅਤੇ ਡੀ ਕਾਲਮ ਅਸੀਂ ਨਹੀਂ ਦਿਖਾਉਣਾ ਚਾਹੁੰਦੇ, ਰਾਈਟ ਕਲਿੱਕ ਕਰਕੇ ਅਸੀਂ ਇਹਨੂੰ ਹਾਈਡ ਕਰ ਸਕਦੇ ਹਾਂ। ਸੋ ਇਸ ਤਰ੍ਹਾਂ ਅਸੀਂ ਕਾਲਮ ਐਂਡ ਰੋ ਨੂੰ ਹਾਈਡ ਕਰ ਸਕਦੇ। ਜੇਕਰ ਵਾਪਸ ਬੁਲਾਉਣਾ ਹੋਵੇ ਤਾਂ ਜਿਹੜੇ ਅਸੀਂ ਹਾਈਡ ਕੀਤੇ ਉਹਨਾਂ ਦੇ ਦੋ ਕਾਲਮ ਸਿਲੈਕਟ ਕਰਾਂਗੇ B ਐਂਡ E, ਕਿਉਂਕਿ ਦੂਸਰੇ ਸਾਡੇ ਕਾਲਮ ਇਹਦੇ ਵਿੱਚ ਨੇ। ਫਿਰ ਰਾਈਟ ਕਲਿੱਕ ਕਰਕੇ ਇਹਨੂੰ ਅਨਹਾਈਡ ਕਰ ਲਾਂਗੇ। ਅਨਹਾਈਡ ਦੇ ਨਾਲ ਕੀ ਹੈ ਕਿ ਸਾਨੂੰ ਕਾਲਮ ਜਿਹੜੇ ਨੇ ਫਿਰ ਤੋਂ ਅਵੇਲੇਬਲ ਹੋ ਜਾਣਗੇ। ਅਸੀਂ ਉਹਨੂੰ ਸਿਲੈਕਟ ਕਰਾਂਗੇ। ਨੈਕਸਟ ਦੇਖੋ ਅਨਹਾਈਡ ਦੀ ਆਪਸ਼ਨ ਆ ਗਈ ਹੈ ਸਾਡੇ ਕੋਲ, ਤਾਂ ਇਹ ਸਾਨੂੰ ਕਾਲਮ ਅਵੇਲੇਬਲ ਹੋ ਗਏ। ਇਸੇ ਤਰ੍ਹਾਂ ਜੇਕਰ ਅਸੀਂ ਰੋ ਦੇਖਣੀ ਆ ਤਾਂ ਰੋ ਨੂੰ ਸਿਲੈਕਟ ਕਰਾਂਗੇ, ਉਹਦੇ ਬਾਅਦ ਅਨਹਾਈਡ ਦੀ ਆਪਸ਼ਨ ਤੇ ਕਲਿੱਕ ਕਰਾਂਗੇ ਤੇ ਸਾਨੂੰ ਰੋ ਜਿਹੜੀਆਂ ਅਵੇਲੇਬਲ ਹੋ ਗਈਆਂ। ਸੇਮ ਚੀਜ਼ ਸਾਨੂੰ ਹੁਣ ਸਾਡੇ ਕੋਲ ਆਪਸ਼ਨ ਹੈਗੀ ਆ ਮੈਕਰੋ ਦੀ। ਮੈਕਰੋ ਕੀ ਹੁੰਦਾ ਹੈ? ਸਭ ਤੋਂ ਪਹਿਲਾਂ ਮੈਕਰੋ ਬੱਚੋ ਐਕਚੁਅਲੀ ਸਮਾਲ ਪ੍ਰੋਗਰਾਮ ਹੀ ਕਹਿ ਸਕਦੇ ਅਸੀਂ ਇਹਨੂੰ, ਐਕਸਲ ਦੇ ਵਿੱਚ ਅਸੀਂ ਬਣਾ ਸਕਦੇ ਹਾਂ। ਐਕਚੁਅਲੀ ਇਹ ਸੈਟ ਆਫ ਕਮਾਂਡਸ ਜਿਹੜੀਆਂ ਅਸੀਂ ਸਟੋਰ ਕਰ ਸਕਦੇ ਹਾਂ ਮੈਕਰੋ ਦੇ ਵਿੱਚ, ਜਿਹੜੀਆਂ ਜਦੋਂ ਵੀ ਚਾਹੀਏ ਆਟੋਮੈਟਿਕਲੀ ਰਨ ਹੋਣਗੀਆਂ।
ਸੋ ਮੈਕਰੋ ਐਕਚੁਅਲੀ ਕੀ ਹੁੰਦਾ ਬੱਚਿਓ ਕਿ ਕਈ ਵਾਰ ਕੀ ਹੁੰਦਾ ਹੈ ਕਿ ਸਾਨੂੰ ਬਹੁਤ ਸਾਰੀਆਂ ਕਮਾਂਡ ਡੇਲੀ ਪਰਫਾਰਮ ਕਰਨੀਆਂ ਪੈਂਦੀਆਂ ਨੇ, ਰਿਪੀਟਲੀ ਉਹ ਕਮਾਂਡਸ ਜਿਹੜੀਆਂ ਡੇਲੀ ਸਾਨੂੰ ਦੇਣੀਆਂ ਪੈਂਦੀਆਂ ਨੇ। ਸੋ ਇਸ ਤਰ੍ਹਾਂ ਦੀਆਂ ਕੋਈ ਵੀ ਕਮਾਂਡਸ ਜਿਹੜੀਆਂ ਸਾਨੂੰ ਹਰ ਰੋਜ਼ ਰਿਪੀਟ ਕਰਨੀਆਂ ਪੈਂਦੀਆਂ ਨੇ, ਇਟ ਮੀਨਸ ਕਿ ਉਹ ਕਮਾਂਡਸ ਨੂੰ ਅਸੀਂ ਚਾਹੁੰਦੇ ਆ ਕਿ ਆਟੋਮੈਟਿਕਲੀ ਰਨ ਹੋ ਜਾਣ, ਸਾਨੂੰ ਡੇਲੀ ਉਹ ਕਮਾਂਡਸ ਦੁਬਾਰਾ ਰਿਪੀਟ ਨਾ ਕਰਨੀਆਂ ਪੈਣ। ਉਸ ਕੇਸ ਦੇ ਵਿੱਚ ਬੱਚੋ ਮੈਕਰੋ ਜਿਹੜਾ ਬਹੁਤ ਇੰਪੋਰਟੈਂਟ ਹੈਗਾ ਹੈ। ਕੋਈ ਵੀ ਸਾਡੀਆਂ ਇਹੋ ਜਿਹੀਆਂ ਕਮਾਂਡਸ ਜਿਹੜੀਆਂ ਅਸੀਂ ਡੇਲੀ ਰਿਪੀਟ ਕਰਦੇ ਆ ਉਹਦਾ ਅਸੀਂ ਮੈਕਰੋ ਬਣਾ ਸਕਨੇ ਆ। ਸੋ ਇਹਦੇ ਲਈ ਕੀ ਕਰਨਾ ਹੈ ਬੱਚਿਓ, ਅਸੀਂ ਸਭ ਤੋਂ ਪਹਿਲਾਂ ਆਪਣੀਆਂ ਕਮਾਂਡਸ ਜਿਹੜੀਆਂ ਹੈਗੀਆਂ ਉਹਨਾਂ ਨੂੰ ਦੇਖ ਲੈਣਾ ਕਿਹੜੀਆਂ ਕਮਾਂਡਸ ਅਸੀਂ ਰਿਪੀਟ ਕਰਦੇ ਆ। ਇਹਦੇ ਬਾਅਦ ਇਹਦੇ ਡਿਵੈਲਪਰ ਮੈਨੂ ਦੇ ਵਿੱਚ ਮੈਕਰੋ ਦੀ ਆਪਸ਼ਨ ਹੁੰਦੀ ਹੈ। ਅਸੀਂ ਡਿਵੈਲਪਰ ਮੈਨੂ ਦੇ ਵਿੱਚ ਮੈਕਰੋ ਦੀ ਆਪਸ਼ਨ ਲੈ ਕੇ ਰਿਕਾਰਡ ਮੈਕਰੋ ਕਰਾਂਗੇ ਤੇ ਆਪਣੀਆਂ ਡਿਜ਼ਾਇਰ ਜਿਹੜੀਆਂ ਕਮਾਂਡਸ ਹੈਗੀਆਂ ਨੇ ਉਹਨਾਂ ਨੂੰ ਰਿਪੀਟ ਕਰਾਂਗੇ। ਉਹਦੇ ਬਾਅਦ ਸਟਾਪ ਮੈਕਰੋ ਦੇ ਨਾਲ ਸਾਡੇ ਜਿਹੜੀਆਂ ਕਮਾਂਡਸ ਉਹ ਸੇਵ ਹੋ ਜਾਣਗੀਆਂ। ਉਹਦੇ ਬਾਅਦ ਜਦੋਂ ਵੀ ਅਸੀਂ ਉਹ ਆਪਣੇ ਉਸ ਮੈਕਰੋ ਨੂੰ ਰਨ ਕਰਾਂਗੇ ਉਹਦੇ ਵਿੱਚ ਜਿੰਨੀਆਂ ਵੀ ਉਹ ਕਮਾਂਡਸ ਹੋਣਗੀਆਂ ਉਹ ਸਾਰੀਆਂ ਆਟੋਮੈਟਿਕਲੀ ਰਨ ਹੋ ਜਾਣਗੀਆਂ। ਸੋ ਆਓ ਬੱਚਿਓ ਹੁਣ ਅਸੀਂ ਇਹਦਾ ਮੈਕਰੋ ਦਾ ਪ੍ਰੈਕਟੀਕਲ ਕਰਕੇ ਦੇਖਦੇ ਹਾਂ। ਸੋ ਬੱਚਿਓ ਲਾਸਟ ਟੌਪਿਕ ਸਾਡਾ ਹੈਗਾ ਮੈਕਰੋ। ਅਸੀਂ ਐਕਸਲ ਦੇ ਵਿੱਚ ਮੈਕਰੋ ਤਿਆਰ ਕਰ ਸਕਨੇ ਆ। ਮੈਕਰੋ ਐਕਚੁਅਲੀ ਕੀ ਹੁੰਦਾ ਹੈ, ਮੈਕਰੋ ਦੇ ਵਿੱਚ ਅਸੀਂ ਕੁਝ ਸੈੱਟ ਆਫ ਕਮਾਂਡਸ ਨੂੰ ਸੇਵ ਕਰ ਲੈਂਦੇ ਆ ਜਿਨ੍ਹਾਂ ਨੂੰ ਅਸੀਂ ਮਲਟੀਪਲ ਟਾਈਮ ਰਨ ਕਰ ਸਕਨੇ ਆ। ਇਟ ਮੀਨਸ ਕਿ ਉਹ ਕਮਾਂਡ ਸਾਨੂੰ ਦੁਬਾਰਾ ਖੁਦ ਦੇਣ ਦੀ ਜ਼ਰੂਰਤ ਨਹੀਂ ਪੈਂਦੀ। ਅਸੀਂ ਸਿੰਪਲ ਮੈਕਰੋ ਦਾ ਨੇਮ ਰਨ ਕਰਾਂਗੇ ਤਾਂ ਉਹਦੇ ਵਿੱਚ ਜਿੰਨੀਆਂ ਵੀ ਕਮਾਂਡਸ ਸਟੋਰ ਹੋਣਗੀਆਂ ਉਹ ਆਟੋਮੈਟਿਕਲੀ ਰਨ ਹੋ ਜਾਣਗੀਆਂ। ਸੋ ਦੇਖਨੇ ਕਿ ਅਸੀਂ ਕਿਸ ਤਰ੍ਹਾਂ ਇੱਕ ਮੈਕਰੋ ਬਣਾ ਸਕਨੇ ਆ ਜਾਂ ਉਹਨੂੰ ਰਨ ਕਰ ਸਕਨੇ ਆ। ਮੈਕਰੋ ਸਾਡਾ ਡਿਵੈਲਪਰ ਟੈਬ ਦੇ ਵਿੱਚ ਅਵੇਲੇਬਲ ਹੁੰਦਾ ਹੈ, ਬਟ ਦੇਖੋ ਇਸ ਟਾਈਮ ਤੇ ਸਾਨੂੰ ਇੱਥੇ ਡਿਵੈਲਪਰ ਟੈਬ ਸ਼ੋ ਨਹੀਂ ਹੋ ਰਹੀ। ਸੋ ਸਭ ਤੋਂ ਪਹਿਲਾਂ ਅਸੀਂ ਡਿਵੈਲਪਰ ਟੈਬ ਨੂੰ ਸ਼ੋ ਕਰਾਣੇ, ਉਹਦੇ ਵਾਸਤੇ ਅਸੀਂ ਆਪਣੇ ਸਟਾਰਟ ਮੈਨੂ ਤੇ ਜਾਵਾਂਗੇ। ਫਾਈਲ ਮੈਨੂ ਦੇ ਵਿੱਚ ਜਾ ਕੇ ਅੱਗੇ ਐਕਸਲ ਆਪਸ਼ਨ ਹੈਗਾ, ਐਕਸਲ ਆਪਸ਼ਨ ਦੇ ਵਿੱਚ ਵੇਖੋ ਸ਼ੋ ਡਿਵੈਲਪਰ ਟੈਬ ਇਨ ਦਾ ਰਿਬਨ ਚੈੱਕ ਬਾਕਸ ਦੇ ਉੱਪਰ ਕਲਿੱਕ ਕਰਕੇ ਓਕੇ ਕਰਾਂਗੇ ਤਾਂ ਸਾਡੇ ਕੋਲ ਇਹ ਦੇਖੋ ਡਿਵੈਲਪਰ ਟੈਬ ਅਵੇਲੇਬਲ ਹੋ ਗਈ ਹੈ। ਹੁਣ ਡਿਵੈਲਪਰ ਟੈਬ ਤੇ ਕਲਿੱਕ ਕਰਾਂਗੇ ਤੇ ਦੇਖੋ ਬੱਚਿਓ ਸਾਡੇ ਕੋਲ ਮੈਕਰੋ ਅਵੇਲੇਬਲ ਹੋ ਗਏ ਨੇ। ਹੁਣ ਅਸੀਂ ਆਪਣਾ ਨਿਊ ਮੈਕਰੋ ਜਿਹੜਾ ਉਹਨੂੰ ਰਿਕਾਰਡ ਕਰਨਾ ਹੈ। ਸੋ ਰਿਕਾਰਡ ਮੈਕਰੋ ਦੇ ਉੱਪਰ ਕਲਿੱਕ ਕਰਾਂਗੇ ਜਿਹਦੇ ਵਿੱਚ ਸੈੱਟ ਆਫ ਕਮਾਂਡਸ ਜਿਹੜੀਆਂ ਅਸੀਂ ਸੇਵ ਕਰਾਂਗੇ। ਅਸੀਂ ਕੋਈ ਵੀ ਨੇਮ ਰੱਖ ਸਕਨੇ ਆਪਣੇ ਮੈਕਰੋ ਦਾ, ਜਿਸ ਤਰ੍ਹਾਂ ਸਪੋਜ਼ ਮੈਂ ਫਸਟ ਨੇਮ ਰੱਖਤਾ ਤੇ ਇਹਦੀ ਸ਼ਾਰਟਕਟ ਕੀ ਵੀ ਅਸੀਂ ਦੇ ਸਕਨੇ ਆ। ਜਿਹੜੀ ਸ਼ਾਰਟਕਟ ਕੀ ਦੇ ਨਾਲ ਇਹ ਰਨ ਹੋਏਗਾ, ਸਪੋਜ਼ ਕਿ ਮੈਂ ਕੰਟਰੋਲ ਕਿਊ ਜਿਹੜੀ ਸ਼ਾਰਟਕਟ ਕੀ ਦੇਤੀ ਹੈ। ਅਸੀਂ ਇਹ ਮੈਕਰੋ ਨੂੰ ਕਿੱਥੇ ਸਟੋਰ ਕਰਨਾ ਚਾਹੁੰਦੇ ਹਾਂ, ਦਿਸ ਵਰਕਬੁੱਕ, ਨਿਊ ਵਰਕਬੁੱਕ ਜਾਂ ਪਰਸਨਲ ਮੈਕਰੋ ਵਰਕਬੁੱਕ ਦੇ ਉੱਪਰ ਸਟੋਰ ਕਰ ਸਕਦੇ। ਦਿਸ ਵਰਕਬੁੱਕ ਦੇ ਉੱਪਰ ਇਟ ਮੀਨਸ ਕਿ ਹੋਲ ਵਰਕਬੁੱਕ ਦੇ ਉੱਪਰ ਇਹ ਕੰਮ ਕਰੇਗਾ। ਸੋ ਅਸੀਂ ਇਹਨੂੰ ਓਕੇ ਕਰਾਂਗੇ। ਉਹਦੇ ਬਾਅਦ ਹੁਣ ਸਾਡਾ ਮੈਕਰੋ ਜਿਹੜਾ ਰਿਕਾਰਡ ਹੋ ਰਿਹਾ ਹੈ, ਇਹਦੇ ਵਾਸਤੇ ਹੁਣ ਸਭ ਤੋਂ ਪਹਿਲਾਂ ਸਪੋਜ਼ ਕਿ ਮੈਂ ਇਹਦੇ ਤੇ ਕੋਈ ਸੈੱਟ ਆਫ ਕਮਾਂਡਸ ਜਿਹੜੀਆਂ ਨੇ ਉਹਨਾਂ ਨੂੰ ਸੇਵ ਕਰਦਾ। ਜਿਸ ਤਰ੍ਹਾਂ ਮੈਂ ਸਿਲੈਕਟ ਆਲ ਕੀਤਾ, ਇਹਦੇ ਉੱਪਰ ਮੈਂ ਇਹਨੂੰ ਪੂਰੀ ਸ਼ੀਟ ਨੂੰ ਬੋਲਡ ਕਰ ਦਿੱਤਾ। ਹੁਣ ਮੈਂ ਇਹਨੂੰ ਆਟੋ ਸਿਲੈਕਸ਼ਨ ਕਰਨਾ ਚਾਹੁੰਦਾ। ਫਾਰਮੈਟ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਆਟੋ ਫਿਟ ਮੈਂ ਰੋ ਹਾਈਟ ਕਰ ਦਿੱਤਾ, ਉਹਦੇ ਬਾਅਦ ਆਟੋ ਫਿਟ ਮੈਂ ਕਾਲਮ ਵਿਡਥ ਕਰ ਦਿੱਤਾ। ਸੋ ਇਸ ਤਰ੍ਹਾਂ ਦੀਆਂ ਅਸੀਂ ਜਿੰਨੀਆਂ ਚਾਹੀਏ ਸੈੱਟ ਆਫ ਕਮਾਂਡਸ ਜਿਹੜੀਆਂ ਉਹ ਲਗਾ ਸਕਨੇ ਆ। ਜਿਸ ਤਰ੍ਹਾਂ ਸਪੋਜ਼ ਮੈਂ ਫੌਂਟ ਕਲਰ ਵੀ ਦੇ ਦਿੱਤਾ, ਇਹਦਾ ਬੈਕਗਰਾਉਂਡ ਕਲਰ ਵੀ ਅਸੀਂ ਕੋਈ ਦੇ ਦਿੰਦੇ ਆ। ਸੋ ਇਸ ਤਰ੍ਹਾਂ ਅਸੀਂ ਡਿਫਰੈਂਟ ਕਮਾਂਡਸ ਜਿਹੜੀਆਂ ਇਹਦੇ ਉੱਪਰ ਲਗਾ ਸਕਨੇ। ਹੁਣ ਅਸੀਂ ਇਹਨੂੰ ਜਿਹੜਾ ਮੈਕਰੋ ਹੈਗਾ ਉਹਦੀ ਸਟਾਪ ਰਿਕਾਰਡਿੰਗ ਕਰ ਦਿੰਦੇ ਆ। ਸਟਾਪ ਰਿਕਾਰਡਿੰਗ ਦੇ ਉੱਪਰ ਕਲਿੱਕ ਕਰਾਂਗੇ ਤਾਂ ਇੰਨੀਆਂ ਕਮਾਂਡਸ ਇਹਦੇ ਵਿੱਚ ਸੇਵ ਹੋ ਜਾਣਗੀਆਂ। ਹੁਣ ਨੈਕਸਟ ਅਸੀਂ ਇਹਨੂੰ ਕਿਸੇ ਹੋਰ ਸ਼ੀਟ ਦੇ ਉੱਪਰ ਅਪਲਾਈ ਕਰਕੇ ਦੇਖਦੇ ਹਾਂ। ਸਪੋਜ਼ ਕਿ ਅਸੀਂ ਚਾਹੁੰਦੇ ਹਾਂ ਇਸ ਸ਼ੀਟ ਦੇ ਉੱਪਰ ਸੇਮ ਕਮਾਂਡਸ ਅਪਲਾਈ ਹੋ ਜਾਣ, ਤਾਂ ਅਸੀਂ ਮੈਕਰੋ ਦੇ ਉੱਪਰ ਜਾਵਾਂਗੇ। ਦੇਖੋ ਸਾਡਾ ਫਸਟ ਨੇਮ ਦਾ ਮੈਕਰੋ ਆ ਗਿਆ ਹੈ। ਅਸੀਂ ਰਨ ਤੇ ਕਲਿੱਕ ਕਰਾਂਗੇ, ਆਟੋਮੈਟਿਕਲੀ ਦੇਖੋ ਬੱਚੋ ਸਾਰੀਆਂ ਕਮਾਂਡਸ ਜਿਹੜੀਆਂ ਅਸੀਂ ਉਸ ਵਰਕਸ਼ੀਟ ਤੇ ਦਿੱਤੀਆਂ ਸੀ ਇਹਦੇ ਉੱਪਰ ਵੀ ਰਨ ਹੋ ਗਈਆਂ ਨੇ। ਹੁਣ ਅਸੀਂ ਇਹਨੂੰ ਸ਼ਾਰਟਕਟ ਕੀ ਦੇ ਨਾਲ ਵੀ ਰਨ ਕਰਕੇ ਦੇ ਸਕਦੇ ਹਾਂ। ਜਿਸ ਤਰ੍ਹਾਂ ਸ਼ਾਰਟਕਟ ਕੀ ਦੇ ਵਿੱਚ ਅਸੀਂ ਕੰਟਰੋਲ ਕਿਊ ਕੀਤਾ ਸੀ, ਕੰਟਰੋਲ ਕਿਊ ਪ੍ਰੈਸ ਕਰਾਂਗੇ ਤਾਂ ਇਹਦੇ ਨਾਲ ਕੀ ਹੋਏਗਾ ਕਿ ਆਟੋਮੈਟਿਕਲੀ ਜਿਹੜਾ ਸਾਡਾ ਮੈਕਰੋ ਹੈਗਾ ਹੈ ਉਸ ਦੀਆਂ ਜਿੰਨੀਆਂ ਵੀ ਸੈੱਟ ਆਫ ਕਮਾਂਡਸ ਹੈਗੀਆਂ ਨੇ ਇਹਦਾ ਮੈਕਰੋ ਦਾ ਪ੍ਰੈਕਟੀਕਲ ਕਰਕੇ ਦੇਖਿਆ। ਮੈਂ ਆਸ ਕਰਦਾ ਹਾਂ ਕਿ ਅੱਜ ਜਿੰਨੇ ਵੀ ਪ੍ਰੈਕਟੀਕਲਸ ਤੁਹਾਨੂੰ ਕਰਵਾਏ ਨੇ ਸਾਰੇ ਸਮਝ ਲੱਗ ਗਏ ਹੋਣਗੇ। ਸੋ ਇਹਨਾਂ ਨੂੰ ਘਰ ਬੈਠ ਕੇ ਤੁਸੀਂ ਕਰਕੇ ਦੇਖੋ। ਆਪਣਾ ਜਿਹੜਾ ਸਿਲੇਬਸ ਹੈਗਾ ਹੈ ਨਾਲ ਦੇ ਨਾਲ ਤੁਸੀਂ ਉਹਨੂੰ ਵੀ ਕਰੋ। ਆਪਣਾ ਸਿਲੇਬਸ ਜਿਹੜਾ ਹੈਗਾ ਪੜ੍ਹੋ। ਕੁਐਸਚਨ ਆਨਸਰ ਜਿਹੜੇ ਹੈਗੇ ਮੈਂ ਤੁਹਾਨੂੰ ਟਾਈਮ ਦੇ ਟਾਈਮ ਤੇ ਸੈਂਡ ਕਰਦਾ ਰਵਾਂਗਾ, ਉਹ ਵੀ ਕਰੋ। ਹੋਰ ਬੱਚੋ ਇਹਦੇ ਵਿੱਚ ਦੇਖੋ ਅੱਜ ਅਸੀਂ ਐਕਸਲ ਦੇ ਬਾਰੇ ਆਲਮੋਸਟ ਹਰ ਤਰ੍ਹਾਂ ਦੀ ਇਨਫੋਰਮੇਸ਼ਨ ਜਿਹੜੀ ਆ ਉਹ ਲੈ ਲਈ ਹੈ। ਸੋ ਉਹਦੇ ਬਾਅਦ ਹੁਣ ਮੈਂ ਤੁਹਾਡਾ ਨੈਕਸਟ ਪਾਰਟ ਜਿਹੜਾ ਹੈਗਾ ਆ ਪਾਰਟ 3 ਉਹ ਲੈ ਕੇ ਆਵਾਂਗਾ। ਸੋ ਮੇਰੀ ਇਹਨਾਂ ਵੀਡੀਓ ਨੂੰ ਸ਼ੇਅਰ ਕਰਦੇ ਰਹੋ। ਜੇਕਰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰੋ ਤਾਂ ਕਿ ਮੇਰੀਆਂ ਨੈਕਸਟ ਜਿਹੜੀਆਂ ਤੁਹਾਡੀ ਕਲਾਸ ਦੀਆਂ ਵੀਡੀਓ ਤੁਹਾਨੂੰ ਅਵੇਲੇਬਲ ਹੋਣ। ਥੈਂਕ ਯੂ।